बड़े सुपने सीगे, इनकलाब की गल करदा सी भगत सिंह। की लगदा तुहानूं जवानी उसकी विचारधारा ते चलदी है? आज़ादी लैण दे लई घुलाटिए लड़ रहे सीगे अपनी अपनी थां, जिहदा कह लो भी जिन्ना भी किसी तो ਲੱਤਾਂ ਭਾਰ ਚੱਲਦੀਆਂ ਸੀਗੀਆਂ ਉਹਨਾਂ ਹਰ ਕੋਈ ਆਪਣੀ ਜਗ੍ਹਾ ਕਰ ਰਿਹਾ ਸੀ। ਉਹ ਦੌਰ ਨੂੰ ਜੇ ਅੱਜ ਦੇ ਦੌਰ ਨਾਲ ਕੰਪੈਰੀਜ਼ਨ ਕਰੀਏ ਤਾਂ ਅੱਜ ਕੁਝ ਗੱਲ ਹੋਰ ਹੈ। ਭਗਤ ਸਿੰਘ ਨੇ ਇਹ ਨਹੀਂ ਸੋਚਿਆ ਸੀਗਾ ਵੀ ਮੇਰੇ ਪੰਜਾਬ ਦੇ ਵਿੱਚ ਹੈ ਨਾ ਨੌਕਰੀ ਦੇ ਲਈ ਡਾਂਗਾ ਖੜਨ ਸਾਡੀਆਂ ਭੈਣਾਂ ਜਾਂ ਮੇਰੇ ਭਰਾ। ਅੱਜ ਤੁਸੀਂ ਦੇਖ ਲਓ ਨੌਕਰੀ ਦੇ ਲਈ ਡਾਂਗਾ ਖਾਣੀਆਂ ਪੈ ਰਹੀਆਂ, ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਇਹ ਕਦੋਂ ਸਿਸਟਮ ਕਿਉਂਕਿ ਇਨਕਲਾਬ ਦੀ ਗੱਲ ਤਾਂ ਹਮੇਸ਼ਾ ਹੀ ਕਰਦਾ ਸੀ ਭਗਤ ਸਿੰਘ। ਬੰਦਾ ਤੁਸੀਂ ਦੇਖੋ ਵੀ ਸੋਚ ਕਦੋਂ ਪਾਵੇਗਾ ਉਹਦੀ, ਕਹਿ ਲਓ ਆਜ਼ਾਦੀ ਤੋਂ ਭਾਵ ਇਹ ਹੈ ਵੀ ਉਹਦੇ ਖਿਆਲ ਆਜ਼ਾਦ ਕਦੋਂ ਹੋ ਪਾਉਂਗੇ, ਜਦੋਂ ਉਹਦੇ ਕੋਲ ਪਹਿਲਾਂ ਬੇਸਿਕ ਨੀਡ ਪੂਰੀਆਂ ਹੋਵੇ। ਆਉਂਦੇ ਨੇ ਉਹਨਾਂ ਨੇ 25,000 ਕਹਿ ਲਓ ਵੀ ਪੋਸਟ ਕੱਢ ਦਿੱਤੀ, 35,000 ਉਹਨਾਂ ਨੇ ਇਹ ਕਹਿ ਦਿੱਤਾ ਵੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਤੇ ਸਾਨੂੰ ਇੱਕ ਉਮੀਦ ਹੈ। ਅੱਜ ਅਸੀਂ ਗੱਡੀਆਂ ਤੇ ਦੇਖਦੇ ਹਾਂ ਲੋਕਾਂ ਦੇ ਨਾ ਭਗਤ ਸਿੰਘ ਦੇ ਪੋਸਟਰ ਬਣੇ, ਫੋਟੋਆਂ ਲੱਗੀਆਂ ਹੋਈਆਂ ਨੇ ਨਾ, ਮੋਟਰਸਾਈਕਲਾਂ ਤੇ ਦੇਖਦੇ ਆ ਨਾ, ਝੰਡੇ ਵੀ ਚੱਕੇ ਹੋਣਗੇ, ਸਮਾਗਮ ਵੀ ਹੋ ਰਹੇ ਨੇ, ਪਰ ਉਹੀ ਗੱਲ ਵਾਰ ਹੈ ਨਾ, ਅਸਲ ਦੇ ਵਿੱਚ ਅਸੀਂ ਜੁੜੇ ਹਾਂ ਭਗਤ ਸਿੰਘ ਦੇ ਨਾਲ। ਅਸਲ ਦੇ ਵਿੱਚ ਤਾਂ ਅਸੀਂ ਤਾਂ ਜੁੜਾਂਗੇ ਨਾ ਜਦੋਂ ਸਾਡੀ ਬੇਸਿਕ ਨੀਡ, ਜਦੋਂ ਮੈਂ ਤੁਹਾਨੂੰ ਦੱਸਿਆ ਬੰਦਾ ਉਹੀ ਮੋਲੇਗਾ ਨਾ, ਉਹੀ ਦਰਖਤ ਪਹਿਲਾਂ ਤੁਸੀਂ ਲਗਾਓਗੇ ਉਹੀ ਮੋਲੇਗਾ ਨਾ। ਜਿਉਂ ਅੱਛੀ ਸੂਰਜ ਦੀ ਰੋਸ਼ਨੀ, ਅੱਛਾ ਪਾਣੀ ਮਿਲੇ, ਸਾਨੂੰ ਉਹੀ ਨਹੀਂ ਹੁਣ ਤੱਕ ਸਾਡੇ ਜਿਹੜੀ ਰਾਜਕਰਤਾ ਸ਼੍ਰੇਣੀ ਨੇ ਦਿੱਤਾ, ਸਾਨੂੰ ਕਹਿ ਲਓ ਬਹੁਤੇ ਕੰਗਾਲੀ ਦੇ ਔਰ ਜਾਤਾਂ ਪਾਤਾਂ ਮਜ਼ਮਾਂ ਦੇ ਰੋਲੇ 'ਚ ਉਲਝਾ ਕੇ ਰੱਖਿਆ। ਮਗੇ ਇਹੀ ਤਾਂ ਸਾਡਾ ਕਹਿ ਲਓ ਵੀ ਲੋਕਾਂ ਦਾ, ਪੰਜਾਬੀਆਂ ਦਾ ਵਿਤਕਰਾ ਵੀ, ਫਲਾਣੇ ਨੇ ਆਹ ਕੀਤਾ, ਧਮਕੜੇ ਨੇ ਆਹ ਕੀਤਾ, ਵੀ ਇਹ ਅਸੀਂ ਵਿਚਾਰੀਏ ਵੀ ਅਸੀਂ ਕੀ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਅੱਜ ਬੜਾ ਖਾਸ ਹੈ ਪੰਜਾਬ ਦੇ ਲਈ ਅੱਜ ਦਾ ਦਿਨ। ਅੱਜ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ, ਮਹਿਜ਼ 20-23 ਸਾਲ ਦੀ ਉਮਰ। ਤਾਂ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਤੁਰਿਆ ਸੀ ਜਿਸ ਰਾਹ ਤੇ ਸ਼ਹੀਦ ਭਗਤ ਸਿੰਘ, ਇਨਕਲਾਬ ਦੀ ਗੱਲ ਕਰਦਾ ਸੀ ਤੇ ਇੱਕ ਪੰਨਾ ਵੀ ਉਹਦੇ ਕੋਲੋਂ ਮੋੜਿਆ ਗਿਆ ਸੀ ਜੇਲ੍ਹ ਦੇ ਵਿੱਚ ਬੈਠ ਕੇ ਕਿ ਕੋਈ ਪੰਨਾ ਕਦੇ ਤਾਂ ਖੋਲੇਗਾ, ਮੇਰੇ ਸੁਪਨਿਆਂ ਦਾ ਪੰਜਾਬ ਬਣੇਗਾ। ਤਾਂ ਅੱਜ ਕੀ ਅਸੀਂ ਸੱਚਮੁੱਚ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲ ਰਹੇ ਹਾਂ? ਕਿ ਸਾਡੀ ਜਵਾਨੀ ਸੱਚਮੁੱਚ ਅੱਜ ਉਸ ਰਸਤੇ ਤੇ ਚੱਲ ਰਹੀ ਹੈ ਜੋ ਭਗਤ ਸਿੰਘ ਨੇ ਜਿਹੜੇ ਸੋਚੇ ਸੀਗੇ? ਤਾਂ ਅਸੀਂ ਅੱਜ ਗੱਲਾਂ ਕਰਦੇ ਹਾਂ, ਅਸੀਂ ਆਪਣੇ ਸਟੇਟਸ ਵੀ ਲਗਾ ਲੈਂਦੇ ਹਾਂ, ਆਪਾਂ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਪਾ ਰਹੇ ਨੇ, ਪਰ ਅਸੀਂ ਅਸਲ ਦੇ ਵਿੱਚ ਭਗਤ ਸਿੰਘ ਦੀ ਸੋਚ ਰੱਖਦੇ ਹਾਂ। ਅੱਜ ਅਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਨੌਜਵਾਨ ਜਿਹੜੇ ਹੈਗੇ ਨੇ ਮੌਜੂਦ ਹੈਗੇ ਨੇ, ਕਿਉਂਕਿ ਨੌਜਵਾਨਾਂ ਦੀ ਰਾਏ ਲੈਣੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਵੀ ਇੱਕ ਭਗਤ ਸਿੰਘ ਵੀ ਇੱਕ ਨੌਜਵਾਨ ਸੀ, ਛੋਟੀ ਜਿਹੀ ਉਮਰ ਦੇ ਵਿੱਚ ਉਸਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਤਾਂ ਨੌਜਵਾਨੀ ਕੀ ਸੋਚਦੇ ਇਸ ਸੰਬੰਧੀ ਸਾਡੇ ਨਾਲ ਇੱਕ ਨੌਜਵਾਨ ਹੈਗੇ ਨੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨਾਮ ਹੈ ਜੀ। ਐਡਵੋਕੇਟ ਬਣ ਗਏ ਹੋ ਜਾਂ ਫਿਰ ਤੁਹਾਡੀ ਪ੍ਰੈਕਟਿਸ ਚੱਲ ਰਹੀ ਹੈ? ਦਰਅਸਲ ਪ੍ਰੈਕਟਿਸ ਨੂੰ ਹੀ ਜਿਹੜੀ ਅਸੀਂ ਆਮ ਦਿਹਾਤੀ ਭਾਸ਼ਾ 'ਚ ਕਹਿੰਦੇ ਵੀ ਭਾਈ ਵਕਾਲਤ ਕਰਨਾ, ਇਹਨੂੰ ਹੀ ਥੋੜ੍ਹੇ ਜਿਹੜੇ ਚੰਡੀਗੜ੍ਹ ਹੋਰ ਇੱਦਾਂ ਦੇ ਸ਼ਹਿਰਾਂ 'ਚ ਰਹਿੰਦੇ ਉਹ ਕਹਿੰਦੇ ਭਾਈ ਪ੍ਰੈਕਟਿਸ ਕਰਨਾ। ਇਹ ਮਰਦੇ ਦਮ ਤੱਕ ਪ੍ਰੈਕਟਿਸ ਹੀ ਹੁੰਦੀ ਹੈ। ਸੋ ਖੈਰ ਮੈਨੂੰ ਲੱਗਦਾ ਇਹ ਕੋਈ ਇਸ਼ੂ ਨਹੀਂ ਹੈਗਾ ਵਿਚਾਰ। ਨਾਮ ਕੀ ਹੈ ਤੁਹਾਡਾ? ਨਾਮ ਮੇਰਾ ਹਰਪ੍ਰੀਤ ਸਿੰਘ ਸੰਧੂ। ਹਾਂਜੀ ਹਰਪ੍ਰੀਤ ਜੀ, ਅੱਜ ਦਾ ਦਿਨ ਸਾਰੇ ਜਾਣਦੇ, ਭਲੀ ਪੰਤੀ ਦੱਸਣ ਦੀ ਕੋਈ ਲੋੜ ਨਹੀਂ। ਬੜੇ ਸੁਪਨੇ ਸੀਗੇ, ਇਨਕਲਾਬ ਦੀ ਗੱਲ ਕਰਦਾ ਸੀ ਭਗਤ ਸਿੰਘ। ਬਿਲਕੁਲ ਜੀ ਬਿਲਕੁਲ। ਕੀ ਲੱਗਦਾ ਤੁਹਾਨੂੰ ਜਵਾਨੀ ਉਸ ਦੀ ਵਿਚਾਰਧਾਰਾ ਤੇ ਚੱਲਦੀ ਹੈ? ਅਸੀਂ ਅੱਜ ਸਾਰਿਆਂ ਨੇ ਸਟੇਟਸ ਲਾਏ ਹੋਣੇ, ਅੱਜ WhatsApp ਤੇ ਵੀ ਲਾਏ ਹੋਣਗੇ, Facebook ਤੇ ਵੀ ਸਟੋਰੀਆਂ ਪਾਈਆਂ ਹੋਣਗੀਆਂ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਲੈ ਕੇ, ਪਰ ਅਸਲ ਦੇ ਵਿੱਚ ਜੋ ਸੋਚਦਾ ਸੀ ਕੀ ਲੱਗਦਾ ਜਵਾਨੀ ਸੋਚਦੀ ਹੈ? ਬਿਲਕੁਲ ਜੀ, ਸਾਨੂੰ ਬੜੇ ਹੀ ਵੈਸੇ ਕੰਸਟਰਕਟਿਵ ਵਿਚਾਰਾਂ ਨਾਲ ਚੱਲਣਾ ਚਾਹੀਦਾ ਹੈ। ਵੀ ਤੁਹਾਡਾ ਸਵਾਲ ਹੈ ਤੁਹਾਡਾ ਵੀ ਚੱਲਦੀ ਹੈ ਜਾਂ ਨਹੀਂ ਚੱਲਦੀ। ਹਾਂ ਇਹ ਤਾਂ ਹੋ ਸਕਦਾ ਵੀ ਜਿਹੜੀ ਮੈਜੋਰਿਟੀ ਹੈ, ਭੀੜ ਹਰਡ ਹੈ, ਉਹ ਹੋ ਸਕਦਾ ਵੀ ਨਹੀਂ ਚੱਲਦੀ। ਕੁਝ ਬੰਦੇ ਨੇ ਜਿਹੜੇ ਜਾਂ ਕਹਿ ਲਓ ਵੀ ਕਿਸੇ ਵੀ ਸਟ੍ਰੀਮ ਮੀਡੀਆ ਦੇ ਨਹੀਂ ਆਉਂਦੇ, ਹੋ ਸਕਦਾ ਵੀ ਆਪਣੇ ਲੈਵਲ 'ਤੇ ਕੁਛ ਨਾ ਕੁਛ ਕਰਦੇ ਹੋਣਗੇ ਭਗਤ ਸਿੰਘ ਦੇ ਵਿਚਾਰਾਂ ਨੂੰ ਲੈ ਕੇ। ਤਾਂ ਸਾਨੂੰ ਸੋਚਣੀ ਗੱਲ ਇਹ ਪੈਣੀ ਹੈ ਸਭ ਤੋਂ ਬੜੀ ਗੱਲ, ਕਿਉਂਕਿ ਹੁਣ ਦੇਖੋ ਤੁਸੀਂ ਦੌਰ ਹੰਢਾਇਆ ਵੀ ਨਵੀਂ ਸਰਕਾਰ ਬਣੀ ਹੈ ਪੰਜਾਬ 'ਚ। ਬੇਸਿਕਲੀ ਉਹਨਾਂ ਨੇ ਭਗਤ ਸਿੰਘ ਨੂੰ ਅੱਗੇ ਰੋਲ ਮਾਡਲ ਰੱਖ ਕੇ ਤਸਵੀਰਾਂ ਹੋਰ ਵੀ ਜੋ ਕਹਿ ਲਓ ਵੀ ਜਿਸ ਕਿਸਮ ਦਾ ਵੀ ਉਹਨਾਂ ਤੋਂ ਫਿਲਹਾਲ ਹੋ ਪਾਇਆ, ਹਾਲੇ ਤਾਂ ਕਹਿ ਲਓ ਵੀ ਚੰਦ ਦਿਨ ਹੀ ਹੋਏ ਨੇ ਸਰਕਾਰ ਬਣੀ ਨੂੰ। ਉਹ ਕੋਸ਼ਿਸ਼ ਕਰ ਰਹੇ ਨੇ, ਸ਼ਾਇਦ ਤੁਹਾਨੂੰ ਵੀ ਪਤਾ ਅੱਜ ਕੋਈ ਮਾਨ ਸਾਹਿਬ ਹੈਲਪਲਾਈਨ ਨੰਬਰ ਵੀ ਜਾਰੀ ਕਰ ਲਏ ਨੇ, ਕਰਤਾ ਉਹਨਾਂ ਨੇ ਜਾਰੀ ਕਰ ਦਿੱਤਾ ਜੀ। ਚਲੋ ਜੋ ਵੀ ਹੈਗਾ, ਤੇ ਉਹਨਾਂ ਨੇ ਕਹਿ ਲਓ ਨੰਬਰ 1 ਸੀ ਤੋਂ ਆਸ ਦੀ ਕਿਰਨ। ਸਾਨੂੰ ਲੱਗਦਾ ਵੀ ਚਲੋ ਇਹਦੇ ਨਾਲ ਕੁਛ ਨਾ ਕੁਛ ਬਦਲਾਅ ਜਾਂ ਕੁਛ ਵੀ ਹੈਗਾ ਆਊਗਾ ਜਾਂ ਆਏਗਾ, ਇਹ ਤੇ ਚਲੋ ਸਾਨੂੰ ਇੱਕ ਹਫ਼ਤੇ ਬਾਅਦ ਹੀ ਪਤਾ ਲੱਗ ਜਾਣਾ। ਠੀਕ ਹੈ ਜੀ।
ਤੇ ਰਹੀ ਗੱਲ, ਅਸੀਂ ਕਈ ਵਾਰੀ ਸੋਚਦੇ ਹਾਂ ਵੀ ਇਨਕਲਾਬ ਦੀ ਗੱਲ ਜਾਂ ਕੁਝ ਵੀ, ਤੁਸੀਂ ਇਹ ਸੋਚੋ ਵੀ ਭਗਤ ਸਿੰਘ ਜੀ ਉਹ ਦੌਰ ਕਿਹੜਾ ਸੀ? ਆਜ਼ਾਦੀ ਦਾ ਦੌਰ ਸੀਗਾ। ਆਜ਼ਾਦੀ ਲੈਣ ਦੇ ਲਈ ਘੁਲਾਟੀਏ ਲੜ ਰਹੇ ਸੀਗੇ ਆਪਣੀ ਆਪਣੀ ਥਾਂ, ਜਿਹਦਾ ਕਹਿ ਲਓ ਵੀ ਜਿੰਨਾ ਵੀ ਕਿਸੇ ਤੋਂ ਲੱਤਾਂ ਭਾਰ ਝੱਲਦੀਆਂ ਸੀਗੀਆਂ ਉਹਨਾਂ ਹਰ ਕੋਈ ਆਪਣੀ ਜਗ੍ਹਾ ਕਰ ਰਿਹਾ ਸੀ। ਉਹ ਦੌਰ ਨੂੰ ਜੇ ਅੱਜ ਦੇ ਦੌਰ ਨਾਲ ਕੰਪੈਰੀਜ਼ਨ ਕਰੀਏ ਤਾਂ ਅੱਜ ਕੁਝ ਗੱਲ ਹੋਰ ਹੈ। ਬੇਸਿਕਲੀ ਜਿਵੇਂ ਅਸੀਂ ਸਮਝਦੇ ਹਾਂ ਵੀ ਭਾਰਤ ਆਜ਼ਾਦ ਵੀ ਹੋ ਚੁੱਕਿਆ ਹੈ, ਕਿੰਨਾ ਸਮਾਂ ਹੋ ਗਿਆ, ਉਹ ਵੀ ਇੱਕ ਕਹਿ ਲਓ ਵੀ ਡਿਫਰੈਂਟ ਇਸ਼ੂ ਵੀ ਕਿਹੜੀ ਸ਼੍ਰੇਣੀ ਕਿਹੜੀ ਰਵਾਇਤੀ ਪਾਰਟੀ ਕਦੋਂ ਇੱਥੇ ਰਾਜ ਕਰਦੀ ਰਹੀ ਤੇ ਕਿਹਨਾਂ ਨੇ ਕੀ ਕੀਤਾ ਕਿਹਨਾਂ ਨੇ ਨਹੀਂ ਕੀਤਾ। ਉਹ ਕਹਿ ਲਓ ਵੀ ਉਹਨੂੰ ਵੀ ਅਸੀਂ ਬਖੇੜੇ 'ਚ ਨਹੀਂ ਪੈਣਾ ਚਾਹੀਦਾ। ਅੱਜ ਬੜਾ ਇੱਕ ਪਵਿੱਤਰ ਤਿਉਹਾਰ ਹੀ ਸਮਝ ਲਓ, ਦਿਹਾੜਾ ਸਮਝ ਲਓ ਜਾਂ ਕੁਝ ਵੀ ਸਮਝ ਲਓ, ਤੇ ਸਾਨੂੰ ਕੁਝ ਅੱਛੀਆਂ ਗੱਲਾਂ ਕਰਨੀਆਂ ਚਾਹੀਦੀਆਂ ਤਾਂ ਕਿ ਸਾਡੇ ਨੌਜਵਾਨ ਪਹਿਲਾਂ ਹੀ ਬਹੁਤ ਜ਼ਿਆਦਾ ਕਹਿ ਲਓ ਵੀ ਇੱਕ ਹਨੇਰਾ ਹੁੰਦਾ ਜਿਵੇਂ ਨਾ, ਉਹਦੇ 'ਚ ਨੌਜਵਾਨੀ ਹੋਵੇ ਚਾਹੇ ਕੁਝ ਵੀ ਹੋਵੇ, ਸਾਡੇ ਚਾਹੇ ਬਜ਼ੁਰਗ ਹੀ ਕਿਉਂ ਨਾ ਹੋਣ, ਕੱਲੀ ਨੌਜਵਾਨੀ ਕਿਉਂ, ਜਿਹੜੇ ਹੁਣ ਬਜ਼ੁਰਗ ਨੇ ਇਹ ਵੀ ਨੌਜਵਾਨ ਸੀਗੇ ਕਦੇ, ਤੇ ਹੋ ਸਕਦਾ ਭਗਤ ਸਿੰਘ ਨਾਲ ਜਿਹੜੇ ਕੋਈ ਉਹਦੀ ਉਮਰ ਦਾ ਟਾਮਾ ਕਿਤੇ ਬੈਠਾ ਵੀ ਹੋਵੇ ਤੇ ਸਾਨੂੰ ਸੁਣਦੇ ਵੀ ਹੋਣ। ਹਾਂਜੀ, ਹੋਰ ਦੱਸੋ ਜੀ ਕੋਈ ਤੁਹਾਡਾ ਵਿਚਾਰ? ਭਗਤ ਸਿੰਘ ਨੇ ਇਹ ਨਹੀਂ ਸੋਚਿਆ ਸੀਗਾ ਵੀ ਮੇਰੇ ਪੰਜਾਬ ਦੇ ਵਿੱਚ ਹੈ ਨਾ ਨੌਕਰੀ ਦੇ ਲਈ ਡਾਂਗਾ ਖੜਨ ਸਾਡੀਆਂ ਭੈਣਾਂ ਜਾਂ ਮੇਰੇ ਭਰਾ। ਅੱਜ ਤੁਸੀਂ ਦੇਖ ਲਓ ਨੌਕਰੀ ਦੇ ਲਈ ਡਾਂਗਾ ਖਾਣੀਆਂ ਪੈ ਰਹੀਆਂ, ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਇਹ ਕਦੋਂ ਸਿਸਟਮ ਕਿਉਂਕਿ ਇਨਕਲਾਬ ਦੀ ਗੱਲ ਤਾਂ ਹਮੇਸ਼ਾ ਹੀ ਕਰਦਾ ਸੀ ਭਗਤ ਸਿੰਘ। ਬਿਲਕੁਲ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਮੈਂ ਦੱਸਿਆ ਵੀ ਉਹ ਦੌਰ ਸੀ ਆਜ਼ਾਦੀ ਲੈਣ ਦਾ। ਆਜ਼ਾਦੀ ਦਾ ਉਹਦੇ ਭਗਤ ਸਿੰਘ ਦੇ ਮਾਇਨੇ ਇਹ ਸੀ ਵੀ ਜੇ ਅਸੀਂ ਆਜ਼ਾਦ ਫਿਜ਼ਾ ਵਿੱਚ ਮੋਲਾਂਗੇ। ਪਰ ਬਹੁਤ ਸਾਰੇ ਅੱਜ ਵੀ ਕਹਿੰਦੇ ਅਸੀਂ ਆਜ਼ਾਦ ਨਹੀਂ ਹੈਗੇ। ਕਿਉਂ ਕਹਿੰਦੇ ਨੇ? ਮੈਂ ਉਹਦੇ ਉਸੇ ਗੱਲ ਤੇ ਆਵਾਂਗਾ। ਉਹ ਇਸ ਲਈ ਕਹਿੰਦੇ ਨੇ ਕਿ ਸਾਡੇ ਜਿਹੜੇ ਪਹਿਲੇ ਮੁੱਦੇ ਨੇ ਕੁੱਲੀ ਗੁੱਲੀ ਅਤੇ ਜੁੱਲੀ, ਰੋਟੀ ਕੱਪੜਾ ਔਰ ਮਕਾਨ, ਬੇਸਿਕਲੀ ਤੇ ਬੰਦਾ ਕੋਈ ਵੀ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਫਿਰਕੇ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਪਹਿਲੀ ਉਹਦੀ ਬੇਸਿਕ ਨੀਡ ਤਾਂ ਇਹ ਹੈ ਨਾ। ਉਹ ਇਸ ਲਈ ਕਹਿੰਦੇ ਆ ਵੀ ਅਸੀਂ ਅੱਜ ਵੀ ਗੁਲਾਮ ਹਾਂ, ਹਾਲਾਂਕਿ ਸਾਡੀ ਇਸੇ ਦੇਸ਼ ਦੀ ਦੇਖ ਲਓ ਵੀ ਘੱਟੋ ਘੱਟ ਨਹੀਂ 40% ਆਬਾਦੀ BPL ਹੈ, ਬਿਲੋ ਪੋਵਰਟੀ ਲਾਈਨ। ਉਹਨਾਂ ਦੀ ਇਹੀ ਨੀਡ ਨਹੀਂ ਪੂਰੀ ਹੋਈ, ਉਹ ਇਸ ਲਈ ਕਹਿੰਦੇ ਵੀ ਅਸੀਂ ਅੱਜ ਵੀ ਗੁਲਾਮ ਹਾਂ। ਬੰਦਾ ਤੁਸੀਂ ਦੇਖੋ ਵੀ ਸੋਚ ਕਦੋਂ ਪਾਵੇਗਾ ਉਹਦੀ, ਕਹਿ ਲਓ ਆਜ਼ਾਦੀ ਤੋਂ ਭਾਵ ਇਹ ਹੈ ਵੀ ਉਹਦੇ ਖਿਆਲ ਆਜ਼ਾਦ ਕਦੋਂ ਹੋ ਪਾਓਗੇ, ਜਦੋਂ ਉਹਦੇ ਕੋਲ ਪਹਿਲਾਂ ਬੇਸਿਕ ਨੀਡ ਪੂਰੀਆਂ ਹੋਵੇ। ਤੇ ਉਮੀਦ ਪੰਜਾਬ ਦੇ ਲੋਕਾਂ ਨੇ ਤੁਸੀਂ ਦੇਖਿਆ 92 ਵਿਧਾਇਕ ਬਣਾ ਕੇ ਭੇਜੇ ਨੇ, ਹੈ ਜੀ, ਤੁਹਾਨੂੰ ਪਤਾ ਹੈ। ਉਹ ਕਾਰਨ ਇਹੀ ਸੀ ਵੀ ਇਸ ਸਰਕਾਰ ਦਾ ਮੇਨ ਮੁੱਦਾ ਹੀ ਇਹ ਸੀ, ਕਿਹੜਾ ਸੀ? ਬਿਜਲੀ, ਪਾਣੀ, ਨੌਕਰੀ, ਮੈਡੀਕਲ, ਸਿਹਤ ਸਹੂਲਤਾਂ, ਇਹੀ ਸੀ ਨਾ। ਲੋਕਾਂ ਨੇ ਇਸ ਲਈ ਕਹਿੰਦੇ ਵੀ ਸਾਨੂੰ ਇਹੀ ਨਹੀਂ। ਹੁਣ ਤੁਸੀਂ ਸੋਚ ਕੇ ਦੇਖੋ ਪੰਜਾਬ ਵਰਗੇ ਸੂਬੇ 'ਚ ਵੀ ਐਦਾਂ ਦੇ ਵਿਹੋਣੇ ਲੋਕ ਹੋ ਸਕਦੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਮਿਲੀਆਂ, ਹੈਗੇ ਨੇ। ਆਉਂਦੇ ਨੇ, ਉਹਨਾਂ ਨੇ 25,000 ਕਹਿ ਲਓ ਵੀ ਪੋਸਟ ਕੱਢ ਦਿੱਤੀ, 35,000 ਉਹਨਾਂ ਨੇ ਇਹ ਕਹਿ ਦਿੱਤਾ ਵੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਤੇ ਸਾਨੂੰ ਇੱਕ ਉਮੀਦ ਹੈ ਇਸ ਨਵੀਂ ਸਰਕਾਰ ਤੋਂ ਵੀ ਜਿਹੜੀ ਪਹਿਲਾਂ ਜ਼ਾਰਸ਼ਾਹੀ ਰਹੀ, ਪਿਛਲੇ 5 ਸਾਲ ਕਹਿ ਲਓ ਕੈਪਟਨ ਸਰਕਾਰ ਦੇ, ਉਸ ਤੋਂ ਪਹਿਲਾਂ ਸਰਕਾਰ, ਉਹ ਤਾਂ ਸਾਡੀ ਜ਼ਿੰਦਗੀ 'ਚ ਪਿਛਲੇ 5 ਦਾ ਜਮਾਂ ਹੀ ਤੁਸੀਂ ਦੇਖਿਆ ਹੋਣਾ। ਉਦੋਂ ਤੁਸੀਂ ਵੀ ਬੜੀ ਫੁੱਲ ਆਫ ਐਂਥੂਸੀਆਜ਼ਮ 'ਚ ਹੋਵੋਗੇ ਵੀ ਨਵੀਂ ਸਰਕਾਰ ਆਈ ਹੈ, ਤੁਸੀਂ ਵੀ ਬੜੇ ਜੰਗ ਹੋਵੋਗੇ। ਮਤਲਬ 5 ਸਾਲ ਸਾਡੀ ਜ਼ਿੰਦਗੀ 'ਚੋਂ ਮਾਈਨਸ ਹੋ ਗਏ। ਤੇ ਹੁਣ ਕਹਿ ਲਓ ਵੀ ਚੰਦ ਦਿਨ ਹੋਏ ਨੇ ਸਰਕਾਰ ਬਣੇ ਤੇ ਲੋਕਾਂ ਨੂੰ ਬੜਾ ਉਤਸ਼ਾਹ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਵੀ ਸਾਡਾ ਕੁਛ ਨਾ ਕੁਛ ਭਲਾ ਹੋਏਗਾ। ਤੇ ਇਹੀ ਭਗਤ ਸਿੰਘ ਦੀ ਸੋਚ ਸੀ ਵੀ ਆਪਾਂ ਲੋਕਾਂ ਲਈ ਕਰੀਏ, ਪਹਿਲਾਂ ਤਾਂ ਉਹਨਾਂ ਦੀਆਂ ਬੇਸਿਕ ਨੀਡਸ ਪੂਰੀਆਂ ਕਰੀਏ। ਜਦੋਂ ਬੇਸਿਕ ਨੀਡਸ ਪੂਰੀਆਂ ਹੋ ਜਾਂਦੀਆਂ ਬੰਦੇ, ਫਿਰ ਉਹ ਸੋਚਣ ਦੇ ਕਾਬਿਲ ਹੁੰਦੇ। ਹੋਰ ਆਜ਼ਾਦੀ ਦੀ ਗੱਲ ਲੋਕ ਇਹ ਵੀ ਕਰਦੇ ਨੇ, ਜਦੋਂ ਆਪਾਂ ਕਰਨਾਟਕਾ ਦੇ ਵਿੱਚ ਹੋਇਆ ਸੀਗਾ ਸ਼ਾਇਦ ਜਿਹੜਾ ਮੁੱਦਾ ਹੋਇਆ ਸੀ ਕਿ ਹਿਜਾਬ ਪਾ ਕੇ ਸਕੂਲਾਂ 'ਚ ਨਹੀਂ ਆਉਣਾ, ਹੈ ਨਾ। ਸਾਡੇ ਵੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਨੇ, ਸਾਡੀਆਂ ਭੈਣਾਂ ਹੈਗੀਆਂ, ਛੋਟੀਆਂ ਬੱਚੀਆਂ ਹੈਗੀਆਂ, ਉਹਨਾਂ ਨੂੰ ਕੇਸਟੀ ਪਾ ਕੇ ਬੰਨਣ ਦੀ ਇਜਾਜ਼ਤ ਨਹੀਂ ਦੇ ਰਹੀ। ਇਹ ਵੀ ਕਿਤੇ ਨਾ ਕਿਤੇ ਸਾਡੀ ਆਜ਼ਾਦੀ ਤੋਂ ਬਾਅਦ ਦੀ ਗੱਲਾਂ ਹੀ ਨੇ ਵੀ ਸਾਨੂੰ। ਇਹ ਸਾਡਾ ਕਹਿ ਲਓ ਨਾ ਇੱਕ ਜਿਹੜਾ ਪ੍ਰਜਾਤੰਤਰ ਹੈ ਇੱਥੋਂ ਦਾ, ਲੋਕਤੰਤਰ ਕਹਿ ਲਓ, ਵੋਟ ਰਾਜ ਕਹਿ ਲਓ, ਉਹਦੇ ਵਿੱਚ ਕੁਛ ਨਾ ਕੁਛ ਜਿਵੇਂ ਗਲਤ ਅੰਸਰ ਹੈਗੇ ਨੇ। ਦਰਅਸਲ ਮੈਡਮ ਇਹਦੇ ਵਿੱਚ ਗੱਲ ਪਤਾ ਕੀ ਹੈ, ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਉਹਨਾਂ ਨੂੰ ਜਿਹੜੇ ਇਹ ਸਿਆਸੀ ਕਹਿ ਲਓ ਵੀ ਕੋਈ ਵੀ ਕਾਰਡ ਖੇਲਣੇ ਹੁੰਦੇ ਨਾ ਇਹਦੇ ਵਿੱਚ ਧਰਮ ਦੇ ਨਾਂ 'ਤੇ ਰਾਜਨੀਤੀ, ਜਾਤ ਦੇ ਨਾਮ ਦੇ ਰਾਜਨੀਤੀ ਬਹੁਤ ਜ਼ਿਆਦਾ ਸੂਟ ਕਰਦੀ ਹੈ। ਉਹ ਕਰਦੀ ਕਿਉਂ ਹੈ? ਉਹ ਸਾਡੇ ਲੋਕਾਂ ਕਰਕੇ ਕਰਦੀ ਹੈ। ਹੁਣ ਇੱਥੇ 5 ਸੂਬਿਆਂ 'ਚ ਹੁਣ ਤੁਸੀਂ ਦੇਖਿਆ ਇਲੈਕਸ਼ਨ ਹੋਏ ਨੇ, ਸਿਰਫ ਪੰਜਾਬ 'ਚ ਚਲੋ ਥੋੜ੍ਹਾ ਜਿਹਾ ਵੱਖ ਤੌਰ 'ਤੇ ਰਿਜ਼ਲਟ ਨਿਕਲੇ, ਬਾਕੀਆਂ 'ਚ ਸਾਰੇ ਉੱਥੇ ਦੂਜੇ ਕਿਸਮ ਦੀ ਰਾਜਨੀਤੀ ਹੋਈ ਹੈ। ਤੇ ਪੱਤਾ ਇੱਕੋ ਹੀ ਖੇਡਿਆ ਗਿਆ, ਹਿੰਦੂ ਮੁਸਲਿਮ। ਤੇ ਉਹ ਖੇਡਿਆ ਵੀ ਤਾਂ ਹੀ ਗਿਆ, ਤੁਸੀਂ ਇੱਕ ਕਹਾਵਤ ਸੁਣੀ ਹੋ ਵੀ ਜਿੱਥੋਂ ਦੇ ਜਿਵੇਂ ਦੇ ਲੋਕ ਹੁੰਦੇ ਨੇ, ਜਿਵੇਂ ਦੇ ਲੋਕ ਜਿਸ ਏਰੀਏ ਦੇ ਜਾਂ ਕਹਿ ਲਓ ਖਿੱਤੇ ਦੇ ਜਾਂ ਕਹਿ ਲਓ ਸਟੇਟ ਕੁਛ ਵੀ ਕਹਿ ਲਓ, ਉੱਥੇ ਦੇ ਉਵੇਂ ਦੇ ਨੇਤਾ ਹੁੰਦੇ ਨੇ। ਤੇ ਅਸੀਂ ਇਕੱਲਾ ਨੇਤਾ ਲੋਕ ਨੂੰ ਵੀ ਕਹਿ ਲਓ ਵੀ ਨੇਤਾਵਾਂ ਨੂੰ ਵੀ ਕਹਿ ਲਓ ਇੱਥੇ ਗਲਤ ਨਹੀਂ ਕਹਿ ਸਕਦੇ, ਕਿਉਂਕਿ ਅਸੀਂ ਲੋਕ ਵੀ ਉੱਦਾਂ ਦੇ ਹੀ ਗਲਤ। ਕੋਈ ਸਾਨੂੰ ਕਿਸੇ ਸਿੱਖ ਹੋਣ 'ਤੇ
ਗੁੰਮਰਾਹ ਕਰ ਸਕਦਾ। ਕੋਈ ਸਾਨੂੰ ਕਹਿੰਦਾ ਵੀ ਅਸੀਂ ਹਿੰਦੂ ਹੈ, ਉੱਦਾਂ ਦੀ ਸਪੀਚ ਮੁਸਲਮਾਨਾਂ ਦੇ ਖਿਲਾਫ ਹੋ, ਅਸੀਂ ਆਪ ਗੁੰਮਰਾਹ ਹੋਏ। ਜਿੱਦਣ ਸਾਡੇ ਲੋਕ ਸਮਝ ਗਏ ਉਦਣ ਕਹਿ ਲਓ ਸਾਡੇ ਨੇਤਾ ਆਪ ਹੀ ਸਿਆਣੇ ਹੋ ਜਾਣਗੇ। ਲੋਕਾਂ 'ਚ ਕਿਤੇ ਨਾ ਕਿਤੇ ਕਮੀ ਹੈ। ਕਮੀ ਹੈ ਜੀ, ਸਾਡੇ 'ਚ ਕਮੀ ਹੈ। ਅਸੀਂ ਕਿਉਂ ਕਿਸੇ ਨੂੰ ਇਹ ਸੋਚ ਕੇ ਬਣਾਉਂਦੇ ਆ ਵੀ ਉਹ ਸਾਡਾ ਬੰਦਾ ਸਾਡੀ ਜਾਤ ਦਾ ਹੈ ਜਾਂ ਉਹ ਸਾਡੇ ਧਰਮ ਦਾ ਹੈ, ਅਸੀਂ ਉਹਦੀ ਕਾਬਲੀਅਤ ਕਿਉਂ ਨਹੀਂ ਦੇਖਦੇ। ਤੁਸੀਂ ਇੱਕ ਨੌਜਵਾਨ ਹੈਗੇ ਹੋ, ਤਾਂ ਮੈਂ ਮੁੜ ਕੇ ਆਪਣੇ ਅਸਲ ਮੁੱਦੇ ਤੇ ਲੈ ਕੇ ਆਉਂਗੀ ਗੱਲ। ਅੱਜ ਅਸੀਂ ਗੱਡੀਆਂ ਤੇ ਦੇਖਦੇ ਹਾਂ ਲੋਕਾਂ ਦੇ, ਹਨਾ, ਭਗਤ ਸਿੰਘ ਦੇ ਪੋਸਟਰ ਬਣੇ, ਫੋਟੋਆਂ ਲੱਗੀਆਂ ਹੋਈਆਂ ਨੇ, ਹਨਾ, ਮੋਟਰਸਾਈਕਲਾਂ ਤੇ ਦੇਖਦੇ ਹਾਂ, ਹਨਾ, ਝੰਡੇ ਵੀ ਚੱਕੇ ਹੋਣਗੇ, ਸਮਾਗਮ ਵੀ ਹੋ ਰਹੇ ਨੇ, ਪਰ ਉਹੀ ਗੱਲ ਬਾਰ ਹੈ ਨਾ, ਅਸਲ ਦੇ ਵਿੱਚ ਅਸੀਂ ਜੁੜੇ ਹਾਂ ਭਗਤ ਸਿੰਘ ਦੇ ਨਾਲ। ਦੇਖੋ ਜੀ, ਅਸਲ ਦੇ ਵਿੱਚ ਮੈਂ ਪਹਿਲੀ ਗੱਲ ਤੁਹਾਨੂੰ ਜਵਾਬ ਦੇ ਦਿੱਤਾ। ਅਸਲ ਦੇ ਵਿੱਚ ਤਾਂ ਅਸੀਂ ਤਾਂ ਜੁੜਾਂਗੇ ਨਾ ਜਦੋਂ ਸਾਡੀ ਬੇਸਿਕ ਨੀਡ, ਜਦੋਂ ਮੈਂ ਤੁਹਾਨੂੰ ਦੱਸਿਆ ਬੰਦਾ ਉਹੀ ਮੋਲੇਗਾ ਨਾ, ਉਹੀ ਦਰਖਤ ਪਹਿਲਾਂ ਤੁਸੀਂ ਲਗਾਓਗੇ ਉਹੀ ਮੋਲੇਗਾ ਨਾ, ਜਿਹਨੂੰ ਅੱਛੀ ਸੂਰਜ ਦੀ ਰੋਸ਼ਨੀ, ਅੱਛਾ ਪਾਣੀ ਮਿਲੇ। ਸਾਨੂੰ ਉਹੀ ਨਹੀਂ ਹੁਣ ਤੱਕ ਸਾਡੇ ਜਿਹੜੀ ਰਾਜਕਰਤਾ ਸ਼੍ਰੇਣੀ ਨੇ ਦਿੱਤਾ। ਸਾਨੂੰ ਕਹਿ ਲਓ ਬਹੁਤੇ ਕੰਗਾਲੀ ਦੇ ਔਰ ਜਾਤਾਂ ਪਾਤਾਂ ਮਜ਼ਮਾਂ ਦੇ ਰੋਲੇ 'ਚ ਉਲਝਾ ਕੇ ਰੱਖਿਆ। ਫਿਰ ਅਸੀਂ ਕਿਵੇਂ ਸੋਚਾਂਗੇ? ਹਾਂ, ਉਹ ਨੌਜਵਾਨ ਸ਼ੌਂਕੀਆ ਤੌਰ ਤੇ ਕਹਿ ਲਓ ਵੀ ਚਾਹੇ ਝੰਡੇ ਲਾਉਂਦੇ ਨੇ ਭਗਤ ਸਿੰਘ ਦੇ, ਚਾਹੇ ਫੋਟੋਆਂ ਲਾਉਂਦੇ ਨੇ, ਪਰ ਘੱਟੋ ਘੱਟ ਉਹਨਾਂ ਦੇ ਅੰਦਰ ਸਾਨੂੰ ਇਹ ਸੋਚ ਪੋਜ਼ਿਟਿਵ ਵਿਊ ਰੱਖਣਾ ਚਾਹੀਦਾ ਵੀ ਭਗਤ ਸਿੰਘ ਬਗਾਰੇ ਔਰ ਰਾਜਗੁਰੂ ਸੁਖਦੇਵ ਬਾਰੇ। ਇਕੱਲੇ ਭਗਤ ਸਿੰਘ ਨਹੀਂ, ਇੱਥੇ ਸਾਨੂੰ ਇਹ ਵੀ ਬਹੁਤ ਵਾਰ ਵਖਰੇਵੇਂ ਪੈਦਾ ਹੋ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਸੁਖਦੇਵ ਥਾਪਰ ਦਾ ਲੁਧਿਆਣੇ ਦੇ ਵਿੱਚ ਘਰ ਹੈ, ਜਦੋਂ ਇੱਥੇ ਸਹੁੰ ਚੁੱਕ ਸਮਾਗਮ ਹੋਇਆ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਪੁੱਛਿਆ ਗਿਆ ਭਾਈ। ਉਹਦੇ ਪਿੱਛੇ ਹੋ ਸਕਦਾ ਰਾਜਨੀਤਿਕ ਕਾਰਨ ਹੋਵੇ ਜਾਂ ਕੁਝ ਵੀ ਹੈ, ਉਹ ਕਿਉਂਕਿ ਪਹਿਲਾਂ ਤੋਂ ਆ ਚੱਲੇ ਆ, ਉਹ ਕਈ ਗੱਲਾਂ ਹੋ ਸਕਦੀਆਂ ਨੇ। ਤੇ ਸਾਨੂੰ ਇੱਥੇ ਉਹ ਮੈਂ ਇੱਕ ਦਿਨ ਕਿਸੇ ਨਾਲ ਗੱਲ ਹੋ ਰਹੀ ਸੀ, ਬੰਦਾ ਵੈਸੇ ਹੀ ਕੁਝ ਪਾ ਦਿੱਤਾ ਲਿਖ ਕੇ ਵੀ ਭਗਤ ਸਿੰਘ ਸਾਡਾ ਭਾਈ ਜਾਂ ਫਲਾਣਾ ਧਿਮਕੜਾ। ਉਹਨੇ ਕਿਹਾ ਭਾਈ ਜਿਹੜਾ ਭਗਵੰਤ, ਉਹ ਦੇਖੋ ਬੰਦਿਆਂ ਦੀ ਲੋਕਾਂ ਦੀ ਮਾਨਸਿਕਤਾ ਕਿਵੇਂ ਦੀ ਹੋ ਗਈ ਹੈ। ਉਹ ਕਹਿੰਦਾ ਜਿਹੜਾ ਭਾਈ ਭਗਵੰਤ ਮਾਨ ਹੈ ਉਹ ਤਾਂ ਊਧਮ ਸਿੰਘ ਦੇ ਪਿੰਡਾਂ ਵੱਲ ਦਾ ਹੈ। ਮੈਂ ਕਿਹਾ ਭਾਈ ਫੇਰ ਕੀ ਗੱਲ ਹੋ ਗਈ ਹੈ? ਭਗਤ ਸਰਾਭਾ ਇੱਕ ਰੂਪ, ਜਿਨ ਜੋਤ ਜਲਾਈ ਬਹੁਤ ਅਨੂਪ, ਇਹ ਸਾਰੇ ਇੱਕੋ ਹੀ ਨੇ। ਅਸੀਂ ਕਿੱਥੇ? ਉਹ ਕਹਿੰਦਾ ਭਾਈ ਵੀ ਭਗਤ ਸਿੰਘ ਦੀ ਕੋਈ ਦੇਣ ਨਹੀਂ ਹੈਗੀ, ਜਿੱਡੀ ਬੜੀ ਊਧਮ ਸਿੰਘ ਦੀ, ਉਹਨੇ ਲੰਡਨ ਜਾ ਕੇ ਗੋਲੀਆਂ ਮਾਰੀਆਂ ਸੀ। ਮੈਂ ਕਿਹਾ ਇਹੀ ਤਾਂ ਸਾਡਾ ਕਹਿ ਲਓ ਵੀ ਲੋਕਾਂ ਦਾ, ਪੰਜਾਬੀਆਂ ਦਾ ਵਿਤਕਰਾ ਵੀ ਆ, ਫਲਾਣੇ ਨੇ ਆਹ ਕੀਤਾ, ਧਿਮਕੜੇ ਨੇ ਆਹ ਕੀਤਾ, ਵੀ ਇਹ ਅਸੀਂ ਵਿਚਾਰੀਏ ਵੀ ਅਸੀਂ ਕੀ ਕੀਤਾ। ਇਹ ਸਾਨੂੰ ਕਦੋਂ ਕਰਨ ਲਈ ਅਸੀਂ ਕਰ ਕਦੋਂ ਸਕਦੇ ਹਾਂ? ਇਹ ਨਾਲੇ ਫਿਰ ਉਹੀ ਗੱਲ ਆ ਗਈ ਵੀ ਜਦੋਂ ਸਾਡੇ ਜਦੋਂ ਪਿੰਡ 'ਚ ਇੱਕ ਛੋਟੇ ਲੈਵਲ ਤੇ ਲੈ ਲਓ, ਪਰਿਵਾਰ 'ਚ, ਫਿਰ ਸਾਡੀ ਸਟੇਟ 'ਚ ਜਦੋਂ ਖੁਸ਼ਹਾਲੀ ਹੋਏਗੀ ਨਾ ਜੀ, ਹਰ ਕਿਸੇ ਨੂੰ ਕਿਸੇ ਤੋਂ ਕਹਿ ਲਓ ਵੀ ਹੱਥ ਨਹੀਂ ਅੱਡਣੇ ਪੈਣਗੇ ਕਿਸੇ ਚੀਜ਼ ਲਈ। ਹਰ ਕਿਸੇ ਨੂੰ ਆਪਣਾ ਆਪਣਾ ਸੋਚਣ ਦਾ ਇੱਕ ਅਲੱਗ, ਤੇ ਕਹਿ ਲਓ ਵੀ ਜਿਵੇਂ ਕਹਿੰਦੇ ਨਾ ਵੀ ਜ਼ਰਾ ਅਲੱਗ ਜਰਰੇ ਵਿੱਚ ਹਰ ਕੋਈ ਹੁਣ, ਚਾਹੇ ਉੱਤੇ ਸਿਆਸਤਦਾਨਾਂ ਨੇ ਕਹਿ ਲਓ, ਚਾਹੇ ਕਰਪਸ਼ਨ ਨੇ ਮਾਰ ਮਾਰੀ ਹੋਈ, ਜਦ ਸਾਨੂੰ ਇਹ ਮਿਲ ਜਾਏਗਾ ਨਾ ਨਿਜ਼ਾਮ ਇਹੋ ਜਿਹਾ, ਉਦੋਂ ਅਸੀਂ ਆਪ ਹੀ ਭਗਤ ਸਿੰਘ ਹੋਣ, ਗੁਰੂ ਸਾਹਿਬ ਹੋਣ, ਹੋਰ ਜਿੰਨੇ ਵੀ ਹੋਣ ਨਾ, ਉਹਨਾਂ ਦੀ ਆਈਡੀਓਲੋਜੀ ਫੋਲੋ ਅਸੀਂ ਆਪ ਹੀ ਉਹ ਦਿਲੋਂ ਕਰਾਂਗੇ। ਫਿਰ ਉਹ ਦਿਖਾਵਾ ਨਹੀਂ ਰਹਿ ਜਾਣਾ ਇਕੱਲਾ ਫੋਟੋਆਂ ਲਾਉਣਾ। ਅੱਜ ਜਿੰਨੇ ਵੀ ਲੀਡਰ ਹੈਗੇ ਨੇ, ਜਦੋਂ ਵੀ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੁੰਦਾ ਜਾਂ ਫਿਰ ਜਨਮ ਦਿਹਾੜਾ ਹੁੰਦਾ, ਸਮਾਗਮ ਵੀ ਕਰਦੇ ਨੇ, ਪੋਸਟਾਂ ਵੀ ਪਾਉਂਦੇ ਨੇ, ਹਰ ਇੱਕ ਚੀਜ਼ ਦਿਖਾਈ ਜਾਂਦੀ ਹੈ। ਕੱਲ੍ਹ ਵਾਲਾ ਸੈਸ਼ਨ ਤੁਸੀਂ ਵੇਖਿਆ ਹੋਵੇਗਾ, ਜਦੋਂ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਜਨਮ ਦਿਨ ਪੁੱਛਿਆ ਸੀਗਾ ਤਾਂ ਰਾਜਾ ਵੜਿੰਗ ਨੂੰ ਇਹ ਨਹੀਂ ਸੀ ਪਤਾ ਵੀ ਭਗਤ ਸਿੰਘ ਦਾ ਜਨਮ ਦਿਨ ਕਦੋਂ ਆ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹੁਣ ਤੁਸੀਂ ਆਪ ਸੋਚੋ ਵੀ ਇਹੋ ਜਿਹੇ ਜਿਨ੍ਹਾਂ ਨੇ ਲੀਡਰ ਚੁਣ ਕੇ ਭੇਜ ਦਿੱਤੇ, ਮੈਂ ਪਰਸਨਲੀ ਕਿਸੇ ਤੇ ਇਹ ਨਾ ਸੋਚੋ ਵੀ ਅਟੈਕ ਕਰਦਾ ਜਿਹਨੂੰ ਇੰਨਾ ਹੀ ਗਿਆਨ, ਉਹ ਕਿਉਂਕਿ ਉਹਦਾ ਵੀ ਕਸੂਰ ਨਹੀਂ ਮੈਂ ਦੇਖਿਆ ਜਾਵੇ ਰਾਜਾ ਵੜਿੰਗ ਦਾ, ਕਿਉਂਕਿ ਸਾਡੇ ਇੱਥੇ ਰਾਜਨੀਤੀ ਇਦਾਂ ਦੀ ਚੱਲੀ ਆ, ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿਤਾਬਾਂ ਪੜ੍ਹਨ ਦਾ ਮੌਕਾ। ਰਾਜਨੀਤੀ ਬਦਲੂਗੀ ਕਿਵੇਂ? ਉਹੀ ਤਾਂ ਨਾ ਵੀ ਕਿਵੇਂ ਸਿਆਸਤ ਚ ਹੋਏ। ਮੈਂ ਤੁਹਾਨੂੰ ਦੱਸ ਦਿੰਦਾ, ਓਪੋਜੀਸ਼ਨ 'ਚ ਬੈਠੇ ਨੇ ਕਾਂਗਰਸੀਏ ਜਿਹੜੇ ਪਹਿਲਾਂ ਆਪਣੇ ਮੇਨ ਸਟਰੀਮ ਸੀਗੇ, ਇਹੀ ਤਾਂ ਰਾਜਨੀਤੀ ਹੈ ਨਾ, ਇਹ ਬਦਲ ਗਈ ਹੁਣ। ਤੇ ਭਗਵੰਤ ਮਾਨ ਵਰਗੇ ਆ ਗਏ ਸਵਾਲ ਪੁੱਛਣ ਵਾਲੇ, ਤੇ ਤੁਰੰਤ ਪੁੱਛਿਆ ਉਹਨੇ, ਕੋਈ ਦੇਰੀ ਨਹੀਂ ਹੋਈ। ਭਗਵੰਤ ਮਾਨ ਨੂੰ ਲੱਗਦਾ ਰਾਜਨੀਤੀ ਬਦਲੇਗੀ, ਅਸਲ ਤਸਵੀਰ ਬਦਲੇਗੀ। ਬਦਲੇਗੀ ਜੀ, ਬਦਲੇਗੀ, 100% ਬਦਲੇਗੀ। ਜਿਹੜਾ ਪਹਿਲਿਆਂ ਨੇ ਜੋ ਵੀ ਗੰਦ ਬਖੇਰਿਆ, ਸਮਾਂ ਤੇ ਕੁਝ ਲੱਗੇਗਾ ਨਾ। ਉਹ ਪਿੱਛੇ ਜੇ ਤੁਸੀਂ ਲੋਕ ਸਭਾ 'ਚ ਜਦੋਂ ਦੇਖਿਆ ਹੋਣਾ, 14 ਸਰਕਾਰ ਬਣੀ ਸੀ ਮੋਦੀ ਦੀ, ਐਦਾਂ ਹੀ ਓਪੋਜੀਸ਼ਨ ਕਾਂਗਰਸ ਵਾਲੇ ਪੁੱਛ ਰਹੇ ਸੀ ਭਾਈ ਕੀ ਬਦਲ ਰਹੇ ਤੁਸੀਂ? ਉਹ ਇੱਕ ਹੁਕਮ ਦਿਓ ਨਾਰਾਇਣ ਹੈ, ਪਹਿਲਾਂ ਕਿਸੇ ਟਾਈਮ ਉਹ ਸਮਾਜਵਾਦੀ ਪਾਰਟੀ ਤੇ, ਅੱਜ ਕੱਲ੍ਹ ਉਹ ਬੀਜੇਪੀ 'ਚ ਹੈ। ਉਹਨੇ ਕਿਹਾ ਸੀ ਵੀ ਬੱਚਾ ਪੈਦਾ ਹੋਣੇ ਨੂੰ ਵੀ 9 ਮਹੀਨੇ ਲੱਗਦੇ ਆ, ਤੁਸੀਂ ਸਾਨੂੰ 4 ਮਹੀਨਿਆਂ 'ਚ ਪੁੱਛੀ ਜਾਂਦੇ ਹੋ ਵੀ ਦੇਸ਼ ਬਦਲੇਗਾ ਕਿ ਨਹੀਂ ਬਦਲੇਗਾ। 25,000 ਨੌਕਰੀਆਂ ਦਾ ਵੀ ਐਲਾਨ ਕੀਤਾ ਭਗਵੰਤ ਮਾਨ ਨੇ। ਕਿਸਾਨਾਂ ਨੂੰ ਵੀ ਜਿਹੜਾ ਮੁਆਵਜ਼ੇ ਦੀ ਗੱਲ ਕੀਤੀ, ਜਿਹੜੀ ਗੁਲਾਬੀ ਸੁੰਡੀ ਨਾਲ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀ, ਤੇ ਹੁਣ 35,000 ਮੁਲਾਜ਼ਮ ਵੀ ਕਹਿੰਦੇ ਪੱਕੇ ਹੋਣਗੇ। ਤੁਹਾਨੂੰ ਲੱਗਦਾ ਐਲਾਨ ਤੁਹਾਨੂੰ ਠੀਕ ਲੱਗਦੇ ਨੇ? ਨਵੀਂ ਆਉਂਦੀ ਐਲਾਨ ਬਹੁਤ ਵਧੀਆ ਲੱਗਦੇ ਨੇ। ਇਹ ਮੌਜੂਦਾ ਪੰਜਾਬ ਦੇ ਲੋਕਾਂ ਦੀ ਲੋੜ ਹੈ, ਠੀਕ ਹੈ ਜੀ, ਤੇ ਇਸ ਨਾਲ ਕਹਿ ਲਓ ਕੁਛ ਨਾ ਕੁਛ ਸਾਡੇ ਨੌਜਵਾਨਾਂ ਨੂੰ ਇੱਕ ਰਾਹਤ ਮਿਲੇਗੀ। ਇਹ ਦੇਖਦੇ ਆ ਵੀ ਹੁਣ ਇਹਨੂੰ ਟਾਈਮ ਕਿੰਨਾ ਲੱਗਦਾ ਪੂਰੇ ਹੋਣ। ਆਪਣੀ ਹਰ ਇੱਕ ਗੱਲ ਦੇ ਵਿੱਚ ਭਗਵੰਤ ਮਾਨ ਅੱਜ ਭਗਤ ਸਿੰਘ ਦਾ ਜ਼ਿਕਰ ਕਰਦੇ ਨੇ। ਕੋਈ ਐਲਾਨ ਕਰਨਾ ਹੋਵੇ, ਹਨਾ, ਕਿਤੇ ਭਾਸ਼ਣ ਦੇਣਾ ਹੋਵੇ ਜਾਂ ਕਿਤੇ ਉਦਘਾਟਨ ਕਰਨਾ ਹੋਵੇ, ਉਹ
ਸੁਪਨਿਆਂ ਦਾ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਕਹਿੰਦੇ ਨੇ, ਤੁਸੀਂ ਇਹ ਚੀਜ਼ ਨੂੰ ਸਹੀ ਮੰਨਦੇ ਹੋ ਕਿ ਇਦਾਂ ਨਹੀਂ ਕਿਤੇ ਵੀ ਭਗਤ ਸਿੰਘ ਨੂੰ ਸਿਰਫ ਇੱਕ ਪੇਸ਼ ਕੀਤਾ ਜਾ ਰਿਹਾ ਪਕੰਮਾ? ਇਦਾਂ ਸਾਨੂੰ ਨਹੀਂ ਸੋਚਣਾ ਚਾਹੀਦਾ। ਸਾਨੂੰ ਥੋੜਾ ਮੈਂ ਉਹੀ ਗੱਲ ਦੱਸਿਆ ਵੀ ਦਿਮਾਗ ਥੋੜਾ ਨਾ ਖੋਲ ਕੇ ਚੱਲਣਾ ਚਾਹੀਦਾ। 70 ਸਾਲ ਕਾਂਗਰਸ ਨੇ ਗਾਂਧੀ ਦਾ, ਪਟੇਲ ਵਰਗਿਆਂ ਦਾ ਨਾਂ ਲੈ ਲੈ ਕੇ ਭਾਵੇਂ ਉਹਨਾਂ ਨੇ ਕੀਤਾ ਕੁਝ ਨਹੀਂ। ਸਾਨੂੰ ਉਮੀਦ ਹੈ ਵੀ ਜਿਹੜਾ ਭਗਵੰਤ ਸਿੰਘ ਮਾਨ ਹੈ, ਠੀਕ ਹੈ, ਉਹਦੀ ਆਪਣੀ ਸ਼ਰਧਾ ਭਗਤ ਸਿੰਘ 'ਚ, ਉਹਦੀ ਇਕੱਲੀ ਨਹੀਂ, ਪੰਜਾਬੀਆਂ ਦੀ, ਪੰਜਾਬੀਆਂ ਨਾਲੋਂ ਵੱਧ ਹਰਿਆਣਵੀਆਂ ਦੀ ਬਹੁਤ ਜ਼ਿਆਦਾ ਸ਼ਰਧਾ। ਸਾਡੇ ਤੇ ਇੱਥੇ ਕੋਈ ਨਹੀਂ, ਕਿਤੇ ਕਿਤੇ ਲੱਗਿਆ ਉਹ ਭਗਤ ਸਿੰਘ ਦਾ ਬਹੁਤ, ਹਰਿਆਣੇ 'ਚ ਪਿੰਡ ਪਿੰਡ 'ਚ ਬੁੱਤ ਲੱਗਿਆ ਤੇ ਹਰੇਕ ਫੈਮਿਲੀ 'ਚ ਫੋਟੋ ਪਈ ਹੈ। ਹੁਣ ਤਾਂ ਭਗਤ ਸਿੰਘ ਦਾ ਬੁੱਤ ਲਾਉਣ ਦਾ ਵੀ ਐਲਾਨ ਕਰਤਾ ਵਿਧਾਨ ਸਭਾ ਦੇ ਜੀ, ਕਿਉਂਕਿ ਜਿਹੜੇ ਸਾਡੇ ਸ਼ਹੀਦ ਨੇ ਕੌਮ ਨੂੰ, ਜਿਨ੍ਹਾਂ ਨੇ ਕੁਝ ਦਿੱਤਾ, ਉਹਨਾਂ ਦੇ ਕੁਝ ਨਾ ਕੁਝ ਸਾਡੀ ਆਉਣ ਵਾਲੀ ਨਸਲ ਨੂੰ ਉਹਨਾਂ ਨੂੰ ਦਿਖਾਉਣ ਲਈ, ਅਵੇਅਰ ਕਰਨ ਲਈ ਉਹ ਇੱਕ ਡਿਫਰੈਂਟ ਪਾਰਟ ਹੋ ਜਾਂਦਾ, ਰਾਜਨੀਤੀ ਦੇ ਵਿੱਚ ਵੀ ਆ ਜਾਂਦਾ, ਉਹ ਆਪਣਾ ਕੁਝ ਹੋਰ ਗੱਲਾਂ ਹੁੰਦੀਆਂ। ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾ ਦੇਣਗੇ ਭਗਵੰਤ ਮਾਨ? ਮੇਰੀ ਗੱਲ ਹਲੇ ਤਾਂ ਬਿੱਲੀ ਥੈਲਿਓਂ ਬਾਹਰ, ਮੈਂ ਦੱਸਿਆ ਵੀ ਚੰਦ ਦਿਨ ਹੋਏ ਨੇ ਹਲਾਂ, ਨਹੀਂ ਐਲਾਨ ਕਰਦੇ ਨੇ, ਤੈਨੂੰ ਪਤਾ ਲੱਗ ਜਾਂਦਾ ਹੁੰਦਾ ਨੇ, ਐਲਾਨ ਕਰ ਦਿੱਤੇ ਨੇ, ਪਰ ਅਮਲੀ ਜਾਮਾ ਦੇਖੋ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਪੈਂਦਾ। ਤੇ ਇਹਦੇ ਨਾਲ ਜਦੋਂ ਅਮਲੀ ਜਾਮਾ ਪੈ ਗਿਆ ਤੇ ਬਹੁਤ ਵਧੀਆ, ਇਹ ਕਹਿ ਲਓ ਵੀ ਲੈਂਡਮਾਰਕ ਸਥਾਪਿਤ। ਉਮੀਦ ਤਾਂ ਹੋ ਗਈ ਨੌਜਵਾਨਾਂ ਨੂੰ, ਕਿਉਂਕਿ ਐਡੀ ਵੱਡੀ ਜਿੱਤ ਮਿਲੀ ਆ ਆਮ ਆਦਮੀ ਪਾਰਟੀ। ਬਹੁਤ ਉਮੀਦ ਹੈ ਜੀ, ਉਸੇ ਉਮੀਦ ਕਰਕੇ ਹੀ ਇਹਨਾਂ ਨੇ ਚੁਣ ਕੇ ਇੰਨੇ ਭੇਜਿਆ ਮੈਜੋਰਿਟੀ ਨਾਲ। ਜੇ ਹੁਣ ਅਸੀਂ ਕਹੀਏ ਵੀ ਇਹਨਾਂ ਨੇ ਇਦਾਂ ਕਰ ਦਿੱਤਾ ਫਲਾਣਾ, ਉਹ ਨਹੀਂ ਭਾਈ, ਵੋਟਾਂ ਵੀ ਅਸੀਂ ਪਾਈਆਂ, ਅਸੀਂ ਜਿਤਾਏ ਨੇ, ਤੇ ਹੁਣ ਜ਼ਰੂਰ ਕਰਨਗੇ, ਕੁਛ ਨਾ ਕਰਨਾ ਪੈਣਾ। ਐਡਾ ਕਹਿ ਲਓ ਵੀ ਉਹਨਾਂ ਨੂੰ ਕਿਰਦਾਰ ਕੁਸ਼ੀ ਕਰਾਉਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਵੀ ਅਸੀਂ ਇੰਨਾ ਜਿੱਤ ਕੇ। ਹਾਂ, ਫੇਰ ਹੋ ਸਕਦਾ ਸੀ ਜੇ ਮੰਨ ਲਓ ਕਹਿ ਲਓ ਵੀ ਹੰਗ ਸਰਕਾਰ ਬਣਦੀ, ਉਹਨਾਂ ਨੇ ਫਿਰ ਕਿਸੇ ਵੀ ਪਾਰਟੀ ਕਹਿ ਦੇਣਾ ਸੀ ਭਾਈ ਸਾਨੂੰ ਕੰਮ ਨਹੀਂ ਕਰਨ ਦਿੱਤਾ। ਇਸੇ ਕਰਕੇ ਪੰਜਾਬੀਆਂ ਨੇ ਐਨ ਸਾਫ਼ ਸੁਥਰਾ ਫਤਵਾ ਦਿੱਤਾ ਵੀ ਤੁਸੀਂ ਇਕੱਲੇ ਹੀ ਕੰਮ ਕਰੋ ਭਾਈ, ਤੁਹਾਨੂੰ ਕੋਈ ਅੜਿੱਕੇ ਵਾਲਾ ਨਾ ਹੋਵੇ। ਤੇ ਕੰਮ ਵੀ ਇਦਾਂ ਹੀ ਹੁੰਦੇ ਜਦੋਂ ਮੈਜੋਰਿਟੀ 'ਚ ਹੁੰਦੀ ਹੈ ਸਰਕਾਰ। ਪਰ ਵਿਰੋਧ ਵੀ ਬਹੁਤ ਹੋਇਆ, ਕਹਿੰਦੇ ਇੰਨੀ ਫਸਲ ਖਰਾਬ ਕਰਤੀ, ਕਹਿੰਦੇ ਸਮਾਗਮ ਤਾਂ ਛੋਟਾ ਜਿਹਾ 15 ਮਿੰਟ ਦਾ ਵੀ ਹੋ ਸਕਦਾ ਸੀਗਾ। ਦੇਖੋ ਜੀ, ਇਹ ਬਹੁਤ ਗੱਲਾਂ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਵੀ ਜ਼ਿਕਰ ਕਰਨਾ ਕੋਈ ਮਾਇਨੇ ਨਹੀਂ ਰਖਾਉਂਦਾ। ਫਸਲ ਖਰਾਬ ਕਰ ਦਿੱਤੀ, ਕੀ ਹੋਇਆ? ਜੇ ਕਿਸੇ ਤੋਂ ਡੰਡੇ ਮਾਰ ਕੇ ਉਹਨਾਂ ਨੇ ਖੇਤ ਖੋਇਆ ਹੋਵੇ, ਰਾਧਾ ਸੁਆਮੀ ਜਿੱਦਾਂ ਕਰਦੇ ਨੇ, ਬਾਦਲ ਕਰਦੇ ਨੇ, ਤਾਂ ਗੱਲ ਵੱਖਰੀ ਹੈ। ਪਰ ਉਹ ਬੰਦੇ ਨੇ ਆਪ ਦਾਨ ਕਰੀ ਹੈ, ਕਹਿੰਦਾ ਕੋਈ ਨਹੀਂ ਯਾਰ, ਜਿੱਥੇ ਹੁਣ ਤੱਕ ਉਜਾੜਾ ਇੰਨਾ ਕਰਤਾ ਲੋਕਾਂ ਨੇ, ਕੀ ਮੇਰੇ 40 ਏਕੜ ਜ਼ਮੀਨ ਜਾਂ ਕੁਝ ਵੀ ਹੈ ਉਹਦੇ ਨਾਲ ਕੀ ਹੋ ਜਾਊਗਾ? ਹਾਲਾਂਕਿ ਤੁਹਾਨੂੰ ਪਤਾ ਹੋਣਾ ਮੁਆਵਜ਼ਾ ਵੀ ਦਿੱਤਾ ਇਹਨਾਂ ਨੇ। ਸੋ ਚੰਗੀ ਗੱਲ ਹੈ, ਇਹੋ ਜਿਹੇ ਸ਼ਹੀਦਾਂ ਦੇ ਦਿਨ ਮਨਾਉਣੇ ਚਾਹੀਦੇ ਨੇ ਤੇ ਉਹਦੇ ਲਈ ਸਾਨੂੰ ਇਦਾਂ ਦੇ ਸਮਾਰੋਹ ਕਰਨੇ ਵੀ ਪੈਣੇ ਨੇ। ਇਦਾਂ ਦੀਆਂ ਕੁਝ ਵਿਰੋਧ ਵੀ ਹੋਣੇ ਹੈ, ਵਿਰੋਧ ਹੋਣੇ ਵੀ ਜ਼ਰੂਰੀ ਹੈ। ਜਦੋਂ ਵਿਰੋਧ ਹੋਏਗਾ, ਓਪੋਜੀਸ਼ਨ ਕਿਸੇ ਵੀ ਕਹਿ ਲਓ ਸਦਨ 'ਚ ਬਣਦੀ ਹੈ, ਚਾਹੇ ਤੁਸੀਂ ਚੰਡੀਗੜ੍ਹ MC ਦੇਖ ਲਓ, ਵਿਧਾਨ ਸਭਾ ਦੀ ਦੇਖ ਲਓ, ਲੋਕ ਸਭਾ ਦੀ ਦੇਖ ਲਓ, ਉਹ ਇਸੇ ਲਈ ਬਣਾਈ ਜਾਂਦੀ ਹੈ ਜੇ ਕੋਈ ਬੰਦਾ ਉੱਚ ਨੀਚ ਕਰਦਾ ਤੇ ਉਹਨੂੰ ਸਾਹਮਣੇ ਟੋਕਣ ਵਾਲਾ ਵੀ ਕੋਈ ਹੋਵੇ। ਤਾਂ ਸ਼ਹੀਦ ਭਗਤ ਸਿੰਘ ਬਾਰੇ ਨੌਜਵਾਨ ਕੀ ਸੋਚਦੇ ਨੇ, ਜਵਾਨੀ ਸਾਡੀ ਕੀ ਸੋਚਦੀ ਹੈ, ਅਸੀਂ ਵਿਚਾਰ ਲੈ ਲੈਣੇ ਆ, ਵਿਊਜ਼ ਲੈ ਰਹੇ ਹਾਂ ਨੌਜਵਾਨਾਂ ਤੋਂ। ਇੱਕ ਹੋਰ ਨੌਜਵਾਨ ਸਾਡੇ ਨਾਲ ਹੈਗੇ ਨੇ, ਕੀ ਨਾਮ ਹੈ ਜੀ ਤੁਹਾਡਾ? ਅਸ਼ਪਿੰਦਰ ਸਿੰਘ। ਅਸ਼ਪਿੰਦਰ ਜੀ, ਕੀ ਕਰਦੇ ਹੋ ਤੁਸੀਂ? ਮੈਂ MA ਹਿਸਟਰੀ ਕਰ ਰਿਹਾ ਇੱਥੇ ਯੂਨੀਵਰਸਿਟੀ 'ਚ। ਅੱਜ ਦਾ ਦਿਨ ਤੁਹਾਨੂੰ ਪਤਾ ਹੋਏਗਾ ਹਨਾ, ਸ਼ਹੀਦੀ ਦਿਵਸ ਹੈ। ਅਸੀਂ ਗੱਲਾਂ ਕਰ ਰਹੇ ਹਾਂ ਜਵਾਨੀ ਕੀ ਸੋਚਦੀ ਹੈ ਭਗਤ ਸਿੰਘ ਬਾਰੇ। ਛੋਟੀ ਜਿਹੀ ਉਮਰ ਦੇ ਵਿੱਚ ਉਹਨੇ ਫਾਂਸੀ ਦਾ ਰੱਸਾ ਚੁੰਮਿਆ ਸੀ, ਕਿਸੇ ਲਈ ਤਾਂ ਚੁੰਮਿਆ ਸੀ, ਇਨਕਲਾਬ ਲਈ ਚੁੰਮਿਆ ਸੀ। ਕੀ ਸੋਚਦੀ ਅੱਜ ਜਵਾਨੀ, ਤੁਹਾਨੂੰ ਕੀ ਲੱਗਦਾ? ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ? ਉਹਨਾਂ ਦੇ ਪੂਰਨਿਆਂ ਤੇ ਤਾਂ ਨਹੀਂ ਚੱਲ ਰਹੇ, ਤੇ ਉਹਨਾਂ ਦੀ ਸੋਚ ਵੀ ਕੁਝ ਆਪਣੇ ਨੌਜਵਾਨਾਂ ਨੂੰ ਸਹੀ ਪਤਾ ਨਹੀਂ ਕਿ ਭਗਤ ਸਿੰਘ ਜੀ ਦੀ ਸੋਚ ਕੀ ਸੀ। ਕਿ ਆਪਣੇ ਸੋਚ ਲੈਂਦੇ ਕਿ ਕੋਈ ਉਹ ਅਲੱਗ ਉਹਨਾਂ ਨੇ ਵਾਲ ਕਟਾਤੇ ਜਾਂ ਹਿੰਸਾ ਵੱਲ ਚਲੇ ਗਏ। ਗਾਂਧੀ ਜੀ ਕਹਿੰਦੇ ਉਹਨਾਂ ਦੇ ਖਿਲਾਫ ਸੀਗੇ, ਉਹਨਾਂ ਦੀ ਫਾਂਸੀ ਨਹੀਂ ਬਚਾਇਆ ਗਿਆ, ਕੁਝ ਵੀ ਕੀਤਾ ਗਿਆ। ਪਰ ਇਹ ਜੇ ਦੇਖਿਆ ਜਾਵੇ, ਉਹਨਾਂ ਦਾ ਆਪਦਾ ਤਰੀਕਾ ਸੀ। ਭਗਤ ਸਿੰਘ ਦੀ ਫਰੀडम ਲੈਣ ਦਾ ਅਲੱਗ ਤਰੀਕਾ ਸੀ, ਗਾਂਧੀ ਦਾ ਫਰੀडम ਲੈਣ ਦਾ ਅਲੱਗ ਤਰੀਕਾ ਸੀ। ਦੋਨਿਆਂ ਦੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਸੀ, ਪਰ ਉਹਨਾਂ ਨੇ ਹਿੰਸਾ ਦਾ ਰਾਹ ਚੁਣਿਆ, ਉਹਨਾਂ ਨੇ ਨਾਨ ਵਾਇਲੈਂਸ ਦਾ ਰਾਹ ਚੁਣਿਆ। ਪਰ ਅੱਜ ਅਸੀਂ ਦੇਖਦੇ ਨੌਜਵਾਨ ਜ਼ਿਆਦਾਤਰ ਪਸੰਦ ਕਰਦੇ ਨੇ, ਰੋਲ ਮਾਡਲ ਵਜੋਂ ਦੇਖਦੇ ਨੇ ਭਗਤ ਸਿੰਘ ਨੂੰ। ਨੌਜਵਾਨ ਦਾ ਫਿਰ ਗਰਮ ਖੂਨ ਹੁੰਦਾ ਨਾ, ਉਹਨਾਂ ਨੂੰ ਐ ਲੱਗਦਾ ਜਿਹੜਾ ਹਿੰਸਾ ਕਰਦਾ ਉਹਨਾਂ ਨੂੰ ਪਸੰਦ ਕਰਦੇ, ਕਿ ਉਹਨਾਂ ਨੇ ਬੰਬ ਸੁੱਟਤਾ ਸੀਗਾ, ਕਿ ਬਹੁਤ ਵੱਡਾ ਕੰਮ ਕਰਤਾ, ਤਾਂ ਉਹ ਪਸੰਦ ਕਰਦੇ ਉਹਨਾਂ ਨੂੰ। ਕਿ ਉਹ ਹਿੰਸਾ ਜਿਹੜੀ ਉਹ ਔਖਾ ਲੱਗਦਾ ਨਾ, ਕਿ ਆਪਾਂ ਫਾਸਟ ਰੱਖ ਲਿਆ ਜਾਂ ਬੈਠ ਗਏ ਧਰਨੇ ਤੇ, ਉਹ ਔਖਾ ਲੱਗਦਾ। ਪਰ ਜੇ ਉਹੀ ਹੈ ਕਿਸੇ ਨੂੰ ਕੁੱਟਮਾਰ ਕਰਾਂਗੇ, ਉਹ ਸੌਖਾ ਲੱਗਦਾ ਨਾ। ਥੋੜੀ ਜਿਹੀ ਵਿਚਾਰਧਾਰਾ ਤੁਸੀਂ ਪੜ੍ਹੀ ਹੋਣੀ ਹੈ ਭਗਤ ਸਿੰਘ ਦੀ, ਹਿਸਟਰੀ ਦੇ ਸਟੂਡੈਂਟ ਹੋ ਤੁਸੀਂ। ਹਾਂਜੀ, ਵਿਚਾਰਧਾਰਾ ਭਗਤ ਸਿੰਘ ਮੇਨਲੀ ਉੱਥੋਂ ਇਨਫਲੂਐਂਸ ਸੀਗਾ ਰਸ਼ੀਅਨ ਰੈਵੋਲੂਸ਼ਨ ਤੋਂ, ਸਟਾਲਿਨ ਤੋਂ। ਸਟਾਲਿਨ ਦਾ ਸੀਗਾ ਸੋਸ਼ਲਿਸਟਿਕ ਮੂਵਮੈਂਟ, ਕਿ ਆਪਾਂ ਰੈਵੋਲੂਸ਼ਨ ਕਰਕੇ, ਤਖਤਾ ਪਲਟ ਕਰਕੇ ਲੋਕ ਸਾਰੇ ਬਰਾਬਰ ਹੋ ਜਾਣ, ਕਿ ਜਿਹੜੇ ਮੇਨ ਉੱਤੇ ਲੀਡਰ ਹੈ, ਲੀਡਰ ਵਗੈਰਾ ਨਾ ਹੋਣ, ਸਾਰੇ ਲੋਕ ਬਰਾਬਰ ਹੋਣ, ਹਰ ਇੱਕ ਨੂੰ ਇਕੁਅਲ ਚਾਂਸ ਮਿਲਿਆ ਜਾਵੇ। ਉਹ ਉਹਨਾਂ ਤੋਂ ਪ੍ਰੇਰਿਤ ਸੀਗੇ ਤੇ ਉਹ ਕਾਸਟਿਜ਼ਮ ਧਰਮ ਦੇ ਵਿੱਚ ਵੀ ਵਿਸ਼ਵਾਸ ਨਹੀਂ ਕਰਦੇ ਸੀ ਬਿਲਕੁਲ ਵੀ ਸਟਾਲਿਨ। ਤੇ ਉਹ ਸਟਾਲਿਨ ਤੋਂ ਹੀ ਭਗਤ ਸਿੰਘ ਵੀ ਪ੍ਰਭਾਵਿਤ ਹੋ ਕੇ, ਤੇ ਉਹਨਾਂ ਨੇ ਆਪ ਕਾਸਟਿਜ਼ਮ ਨਹੀਂ ਕਰਦੇ ਸੀ, ਆਪਣਾ ਧਰਮ ਸਿੱਖ ਕਿਸੇ ਨੂੰ ਵੀ ਇੰਨਾ ਨਹੀਂ ਮੰਨਦੇ ਸੀ, ਸਾਰਿਆਂ ਨੂੰ ਬਰਾਬਰ ਹੀ ਸਮਝਦੇ ਸੀ। ਉਹ ਤਾਂ ਹੀ ਵਾਲ ਵਗੈਰਾ ਵੀ ਉਹਨਾਂ ਨੇ ਕਟਾਏ, ਸਾਰਾ ਕੁਝ ਕੀਤਾ। ਤਾਂ ਉਹਨਾਂ ਦੀ ਬੁੱਕ ਵੀ ਲਿਖੀ ਹੈ ਕਿ ਵਾਈ ਆਈ ਐਮ ਐਥੀਸਟ, ਕਿ ਮੈਂ ਕਿਉਂ ਨਹੀਂ ਧਰਮ ਦੇ ਖਿਲਾਫ ਹੈਗਾ, ਮੈਂ ਕਿਉਂ ਧਰਮ ਦੇ ਖਿਲਾਫ। ਅੱਜ ਹੁਣ ਸਾਡੇ ਮੁੱਖ ਮੰਤਰੀ ਭਗਵੰਤ ਮਾਨ, ਉਹ ਵੀ ਕਿਤੇ ਨਾ ਕਿਤੇ
ਨਾਲ ਲੈ ਕੇ ਚੱਲਦੇ ਨੇ। ਸ਼ਹੀਦ ਭਗਤ ਸਿੰਘ ਦੀ ਤਸਵੀਰ ਦੀ ਗੱਲ ਕਰ ਲਈ ਜਾਂ ਵਿਚਾਰਧਾਰਾ ਦੀ ਗੱਲ ਕਰ ਲਈ, ਉਹ ਕਹਿੰਦੇ ਨੇ ਸੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣੇਗਾ। ਤੁਹਾਨੂੰ ਲੱਗਦਾ ਉਹਨਾਂ ਦਾ ਇਹ ਸਹੀ ਲੱਗਦਾ ਤੁਹਾਨੂੰ ਤਰੀਕਾ? ਹਾਂ, ਇੱਕ ਤਰ੍ਹਾਂ ਤਾਂ ਉਹ ਉਸੇ ਗੱਲ ਚੱਲ ਰਿਹਾ ਨਾ, ਉਹ ਵੀ ਜਿਵੇਂ ਰਸ਼ੀਅਨ ਰੈਵੋਲੂਸ਼ਨ ਤੋਂ ਇਹ ਸੀ ਕਿ ਸਾਰੇ ਲੋਕ ਬਰਾਬਰ ਹੋਣ। ਜਿਵੇਂ ਕਾਰਲ ਮਾਰਕਸ ਨੇ ਕਿਹਾ ਕਿ ਲੋਕ ਬਰਾਬਰ ਹੋਣੇ ਚਾਹੀਦੇ, ਸਾਰੇ ਸੋਸ਼ਲਿਸਟ ਅਪਰੋਚ। ਉਵੇਂ ਹੀ ਆਮ ਆਦਮੀ ਪਾਰਟੀ ਵਿੱਚ ਹੈ ਕਿ ਛੋਟੇ ਛੋਟੇ ਘਰਾਂ ਦੇ ਲੋਕ ਐਮਐਲਏ ਬਣੇ ਆ, ਕਿ ਉਹ ਲੋਕਾਂ ਨੂੰ ਬਰਾਬਰਤਾ ਤਾਂ ਮਿਲੀ ਹੈ, ਕਿ ਉਹ ਹੁਣ ਸਿਕਿਉਰਿਟੀ ਵਗੈਰਾ ਵੀ ਖੋਈ ਗਈ ਹੈ। ਜਿਹੜੇ ਬਾਕੀ ਐਮਐਲਏ ਸੀ ਜਿਹੜੇ ਪੁਰਾਣੇ ਸੀ, ਪੈਨਸ਼ਨ ਵੀ ਕੱਟ ਕੀਤੀ ਗਈ ਹੈ, ਤੇ ਥੋੜਾ ਜਿਹਾ ਉਹਨਾਂ ਨੇ ਬਰਾਬਰ ਦਿੱਤਾ ਹੈ ਹੱਕ ਸਾਰਿਆਂ ਨੂੰ, ਆਮ ਆਦਮੀ ਪਾਰਟੀ ਨੇ। ਜਿਵੇਂ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤੇ ਗਏ ਨੇ 25000 ਨੌਕਰੀਆਂ ਦਾ ਵੀ ਐਲਾਨ ਕੀਤਾ ਉਹਨਾਂ ਨੇ, 35000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੀ ਐਲਾਨ ਕੀਤਾ। ਕਿਵੇਂ ਦੇਖਦੇ ਹੋ ਤੁਸੀਂ ਐਲਾਨਾਂ ਨੂੰ? ਹਜੇ ਕੁਝ ਸਮਾਂ ਹੀ ਹੋਇਆ, ਕੁਝ ਕੁ ਦਿਨ ਹੀ ਹੋਇਆ ਸਰਕਾਰ ਬਣੀ। ਹਾਂ, ਐਲਾਨ ਤਾਂ ਪਹਿਲਾਂ ਵੀ ਬਹੁਤ ਹੋਇਆ, ਪਰ ਜਿੰਨਾ ਟਾਈਮ ਕੰਮ ਨਹੀਂ ਹੁੰਦਾ ਉਹਨਾਂ ਟਾਈਮ ਪਤਾ ਨਹੀਂ ਲੱਗਣਾ। ਹੁਣ ਅਸੀਂ ਵੀ 5 ਸਾਲ ਹੋ ਗਏ ਸਾਨੂੰ ਗਵਰਨਮੈਂਟ ਜੌਬ ਦੀ ਤਿਆਰੀ ਕਰਦੇ ਰਹਿ ਗਏ, ਤੇ ਬਸ ਜੌਬ ਕੋਈ ਨਿਕਲੀ ਨਹੀਂ, ਨਾ ਜੁਆਇਨਿੰਗ ਹੋਈ ਹੈ ਕਿਸੇ ਦੀ। ਅੱਛਾ, ਤਾਂ ਹੋਰ ਵੀ ਨੌਜਵਾਨ ਹੈਗੇ ਨੇ ਸਾਡੇ ਨਾਲ। ਤੁਹਾਨੂੰ ਕੀ ਲੱਗਦਾ, ਉਮੀਦ ਹੈਗੀ ਹੈ ਤੁਹਾਨੂੰ ਜਿਹੜੀ ਨਵੀਂ ਸਰਕਾਰ ਆ ਕੁਝ ਕਰੇਗੀ? ਦੇਖੋ, ਇਹ ਤਾਂ ਹੁਣ ਹੰਡ ਦੀ ਰੰਗ ਵਿਖਾਊਗੀ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ। ਇਹ ਤਾਂ ਹੁਣ ਜਿੱਦਾਂ ਜਿੱਦਾਂ ਕੰਮ ਕਰਨਗੇ ਆਪਾਂ ਨੂੰ ਪਤਾ ਲੱਗੂਗਾ ਕੁਝ ਕੀ ਆ ਰਿਹਾ ਹੈ, ਕਰ ਰਿਹਾ ਹੈ ਕੰਮ ਜਾਂ ਨਹੀਂ। ਆਪਾਂ ਇਹਨਾਂ ਪਹਿਲਾਂ ਹੀ ਪ੍ਰੈਡਿਕਟ ਕਰ ਲਈਏ ਕਿ ਕਰਨਗੇ ਜਾਂ ਨਾ ਕਰਨਗੇ, ਇਹ ਤਾਂ ਫਿਰ ਗਲਤ ਗੱਲ ਹੋਊਗੀ ਨਾ। ਉਹਨਾਂ ਨੂੰ ਕਰਨ ਦਾ ਮੌਕਾ ਤਾਂ ਦਈਏ, ਹਾਲੇ ਨਵੇਂ ਆਏ ਆ, ਕਰਦੇ ਆ, ਫਿਰ ਲੱਗਦਾ ਪਤਾ। ਉਮੀਦ ਹੁੰਦੀ ਹੈ ਨਾ, ਉਮੀਦ। ਜਿਵੇਂ ਹੁਣ ਪਹਿਲਾਂ ਐਲਾਨ ਕਰਤਾ ਹੈ, ਜਿਵੇਂ ਨੌਕਰੀਆਂ ਦਾ ਐਲਾਨ ਕਰਤਾ, ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰਤਾ। ਹਾਂਜੀ, ਉਮੀਦ ਤੇ ਹੀ ਤੁਰੇ ਫਿਰਦੇ ਆਪਾਂ, ਉਮੀਦ ਕਰਕੇ ਹੀ ਇੱਥੇ ਤੱਕ ਆਏ ਆ। ਉਹਨਾਂ ਨੂੰ ਚੁਣਿਆ ਆਪਾਂ, ਕੋਈ ਉਮੀਦ ਰੱਖ ਕੇ ਚੁਣਿਆ ਆਪਾਂ ਉਹਨਾਂ ਨੂੰ, ਹੈ ਨਾ। ਇਹੀ ਸੀਗੀ ਵੀ ਸਾਨੂੰ ਇੰਪਲੋਇਮੈਂਟ ਦੇਣਗੇ ਉਹ ਸਾਰੇ ਬੱਚਿਆਂ ਨੂੰ। ਭਗਵੰਤ ਮਾਨ ਵੀ ਭਗਤ ਸਿੰਘ ਦੀਆਂ ਗੱਲਾਂ ਕਰ ਰਹੇ ਨੇ। ਹੁਣ ਕਹਿੰਦੇ ਵਿਧਾਨ ਸਭਾ ਦੇ ਵਿੱਚ ਬੁੱਤ ਵੀ ਲੱਗੇਗਾ ਜਿਹੜਾ ਭਗਤ ਸਿੰਘ ਦਾ, ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣੇਗਾ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ? ਠੀਕ ਹੈ, ਕੁਝ ਹੱਦ ਤੱਕ ਠੀਕ ਵੀ ਹੈ, ਬਣਨਾ ਚਾਹੀਦਾ। ਲੋਕਾਂ ਨੂੰ ਪਤਾ ਲੱਗੂਗਾ, ਜਾਗਰੂਕ ਹੋਣਗੇ। ਕਈ ਲੋਕਾਂ ਨੂੰ ਨਹੀਂ ਵੀ ਪਤਾ ਉਹਨਾਂ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ। ਕੁਝ ਲੋਕ ਹਾਲੇ ਵੀ ਮਤਲਬ ਸੋਚ ਲੈਂਦੇ ਆ ਕਿ ਉਹ ਇਦਾਂ ਸਹੀ ਆ, ਗਾਂਧੀ ਸਹੀ ਸੀਗੇ, ਉਹ ਨਹੀਂ ਸੀ। ਉਹਦੇ ਅਕੋਰਡਿੰਗ ਹੌਲੀ ਹੌਲੀ ਲੋਕਾਂ ਨੂੰ ਉਹਨਾਂ ਦੇ ਸੱਚ ਪਤਾ ਲੱਗੂਗਾ, ਕਿੱਦਾਂ ਹੋਇਆ, ਤਾਂ ਫਿਰ ਸ਼ਾਇਦ ਲੋਕਾਂ ਵਿੱਚ ਕੁਝ ਬਦਲਾਅ ਆਉਣ ਉਹਨਾਂ ਦੀ। ਇੱਕ ਸਵਾਲ ਮੈਂ ਹੋਰ ਕਰੂੰਗੀ, ਜਿਹੜੇ ਸਾਡੇ ਸਿਆਸੀ ਲੀਡਰ ਹੈਗੇ ਨੇ, ਜਦੋਂ ਵੀ ਕਿਸੇ ਸ਼ਹੀਦ ਦਾ ਜਨਮ ਦਿਹਾੜਾ ਹੁੰਦਾ ਜਾਂ ਫਿਰ ਉਹਦਾ ਸ਼ਹੀਦੀ ਦਿਵਸ ਹੁੰਦਾ ਹੈ, ਸ਼ਰਧਾਂਜਲੀ ਵੀ ਦਿੰਦੇ ਨੇ, ਭਾਸ਼ਣ ਵੀ ਦਿੰਦੇ ਨੇ। ਕੱਲ ਰਾਜਾ ਵੜਿੰਗ ਦਾ ਤੁਸੀਂ ਸੁਣਿਆ ਹੋਵੇਗਾ, ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਭਗਤ ਸਿੰਘ ਤੇ ਤੁਸੀਂ ਭਾਸ਼ਣ ਦੇ ਰਹੇ ਹੋ, ਤੁਹਾਨੂੰ ਉਹਦੇ ਜਨਮ ਦਿਨ ਦਾ ਪਤਾ? ਤਾਂ ਉਹਨਾਂ ਨੂੰ ਪਤਾ ਨਹੀਂ ਸੀਗਾ। ਕੀ ਕਹਿਣਾ ਚਾਹੋਗੇ? ਦੇਖੋ, ਪੋਲਿਟਿਕਸ 'ਤੇ ਤਾਂ ਆਪਾਂ ਨੇ ਕੋਈ ਕਮੈਂਟ ਨਹੀਂ, ਆਪਾਂ ਨਾ ਪੋਲਿਟਿਕਸ 'ਚ ਫਿਰ ਵੀ ਇੱਕ ਲੀਡਰ ਹੈ, ਜਦੋਂ ਤੁਸੀਂ ਗੱਲ ਕਰ ਰਹੇ ਕਿਸੇ ਸ਼ਹੀਦ ਦੀ, ਤੁਹਾਡੀ ਆਪਣਾ ਕੋਈ ਵਿਚਾਰ ਤਾਂ ਹੋਏਗਾ। ਦੇਖੋ, ਪਤਾ ਤਾਂ ਹੋਣਾ ਚਾਹੀਦਾ ਐਕਚੁਅਲੀ ਸਭ ਨੂੰ। ਵੈਸੇ ਆਪਾਂ ਵੀ ਆ, ਪਰ ਕਈ ਵਾਰੀ ਇਦਾਂ ਹੁੰਦਾ ਹਰ ਇੱਕ ਨੂੰ ਸਭ ਗੱਲਾਂ ਨਹੀਂ ਪਤਾ ਹੁੰਦੀਆਂ। ਪਰ ਕਮ ਸੇ ਕਮ ਜਿਹਦਾ ਆਪਾਂ ਭਾਸ਼ਣ ਦੇ ਰਹੇ ਉਹਦੇ ਬਾਰੇ ਤਾਂ ਇਹ ਤਾਂ ਪੂਰੀ ਬੰਦੇ ਨੂੰ ਨੌਲੇਜ ਲੈ ਕੇ ਆਉਣਾ ਚਾਹੀਦਾ। ਬਿਲਕੁਲ ਪਰਫੈਕਟ ਹੋ ਕੇ ਜਾਈਏ ਜਿੱਦੇ ਅਸੀਂ ਬੋਲ ਪਰ ਦਿਨ ਚੱਲਿਆ ਤਾਂ ਤਿਆਰੀ ਪੂਰੀ ਹੋਣੀ ਚਾਹੀਦੀ ਆ ਆਪਣੀ। ਫਿਰ ਤੁਸੀਂ ਇਹਦੇ ਤੇ ਕੀ ਕਹੋਗੇ? ਜਿਹੜਾ ਰਾਜਾ ਵੜਿੰਗ ਨੂੰ ਜਨਮ ਦਿਨ ਦਾ ਨਹੀਂ ਸੀ ਪਤਾ, ਭਗਵੰਤ ਮਾਨ ਦੇ ਹਾਰ ਕੇ ਗੱਲ ਕਰ ਰਹੇ ਸੀ ਉਹ। ਪਰ ਉਹਨਾਂ ਦਾ ਇਹ ਵੀ ਹੈ ਨਾ ਕਿ ਪਹਿਲਾ ਦਿਨ ਸੀ ਆਪਣੇ ਲੈਜਿਸਲੇਟਿਵ ਅਸੈਂਬਲੀ ਦਾ, ਤੇ ਉਹ ਪਹਿਲੇ ਦਿਨ ਆਪਦਾ ਆਪੋਜੀਸ਼ਨ ਦਾ ਪ੍ਰਭਾਵ ਵੀ ਦਿਖਾਉਣਾ ਉਹਨਾਂ ਨੇ। ਉਸ ਕਰਕੇ ਕਿ ਉਹਨਾਂ ਨੇ 23 ਮਾਰਚ ਨੂੰ ਕਿਹਾ ਐਵੇਂ ਉਹ ਛੁੱਟੀ ਹੋ ਗਈ, ਉਹਨਾਂ ਨੇ ਆਪੋਜੀਸ਼ਨ ਦਾ ਕੰਮ ਹੀ ਕ੍ਰਿਟੀਸਾਈਜ਼ ਕਰਨਾ ਗਾ। ਉਹਨਾਂ ਨੇ ਆਪਦਾ ਵਰਜ ਕ੍ਰਿਟੀਸਾਈਜ਼ ਕੀਤਾ, ਪਰ ਜੇ ਉਹਨਾਂ ਨੂੰ ਬਰਥਡੇ ਡੇਟ ਦਾ ਨਹੀਂ ਪਤਾ ਸੀ, ਆਪਾਂ ਐਵੇਂ ਨਹੀਂ ਕਹਿ ਸਕਦੇ ਉਹਨਾਂ ਦੀ ਆਈਡੀਓਲੋਜੀ ਗਲਤ ਹੋ ਗਈ ਰਾਜਾ ਵੜਿੰਗ ਦੀ। ਪਰ ਫਿਰ ਵੀ ਉਹਨਾਂ ਦੀ ਗੱਲ ਦੇਖੋ ਸਹੀ ਹੈ ਕਿ ਨਹੀਂ। ਪਰ ਇੰਨੀ ਖਾਸ ਗੱਲ ਨਹੀਂ ਹੈਗੀ ਸੀ ਰਾਜਾ ਵੜਿੰਗ ਦੀ ਕਿ ਜਿਹੜਾ ਉਹ ਐਂ ਬੋਲ ਰਿਹਾ ਕਿ ਤੁਹਾਨੂੰ ਐ ਕਰਨਾ ਨਹੀਂ ਚਾਹੀਦਾ ਹੈਗਾ। ਇੰਨਾ ਉਹਨਾਂ ਦਾ ਕੋਈ ਸਟਰੋਂਗ ਪੁਆਇੰਟ ਨਹੀਂ ਹੈਗਾ ਸੀ। ਬੜੀ ਹਾਈਲਾਈਟ ਬਹੁਤ ਹੋਈ ਸੀ। ਹਾਈਲਾਈਟ ਤਾਂ ਹੋਈ ਕਿਉਂਕਿ ਉਹਨਾਂ ਬਾਅਦ ਵਿੱਚ ਆਪ ਕੱਚੇ ਪੈ ਗਏ ਨਾ, ਉਹਨਾਂ ਨੂੰ ਆਪ ਨਹੀਂ ਪਤਾ ਸੀਗਾ। ਉਹਦੇ ਵੀ ਬਿਆਨ ਦੇਣ ਲੱਗ ਗਿਆ, ਆਪਣੀ ਵੀ ਉਹਨਾਂ ਨੇ ਟਵੀਟ ਵਗੈਰਾ ਕੀਤੀ। ਹਾਂ, ਉਹ ਫਿਰ ਉਹ ਕਰਨੇ ਪੈਂਦੇ ਹੁਣ ਇੱਜ਼ਤ ਰੱਖਣ ਵਾਸਤੇ ਥੋੜੀ ਬਹੁਤ ਉਹਨਾਂ ਨੂੰ। ਤਾਂ ਹੋਰ ਵੀ ਨੌਜਵਾਨ ਹੈਗੇ, ਤੁਸੀਂ ਕੀ ਕਰਦੇ ਹੋ? ਮੈਂ ਸਟੱਡੀ ਕਰਦਾ ਹਾਂ। ਕੀ ਕਰਦੇ ਹੋ ਸਟੱਡੀ? ਇੰਗਲਿਸ਼। ਐਮਏ ਇੰਗਲਿਸ਼। ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਦਾ ਦਿਨ ਹੈ ਸ਼ਹੀਦੀ ਦਿਵਸ, ਅੱਜ ਭਗਤ ਸਿੰਘ ਦਾ, ਪੂਰਨਿਆਂ ਤੇ ਚੱਲ ਰਹੀ ਹੈ ਜਵਾਨੀ। ਜਵਾਨੀ ਤੁਹਾਨੂੰ ਕੀ ਕਹਿ ਸਕਦੇ ਹਾਂ, ਹਰ ਕਿਸੇ ਦਾ ਆਦਾ ਦਾ ਹਿਸਾਬ ਹੈ। ਕੋਈ ਕੀ ਕਰਦਾ, ਕੋਈ ਕੀ ਕਰਦਾ, ਕੋਈ ਪੜ੍ਹਦਾ, ਕੋਈ ਜ਼ਿਮੀਂਦਾਰੀ ਕਰਦਾ, ਕੋਈ ਜ਼ਿਆਦਾ ਵੇਖਦਾ, ਪੋਲਿਟਿਕਸ ਜਾਂਦਾ। ਤੁਸੀਂ ਕੀ ਕਹੋਗੇ? ਅੱਜ ਸਟੇਟਸ ਲਾਇਆ ਸੀ ਭਗਤ ਸਿੰਘ ਦਾ? ਹਾਂਜੀ, ਜ਼ਰੂਰ ਲਾਇਆ ਸੀ। ਕੀ ਸੋਚ ਕੇ? ਕੁਛ ਤਾਂ ਸੋਚਿਆ ਹੋਊਗਾ ਨਾ ਸਟੇਟਸ ਲਾਉਣ ਲੱਗੇ। ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਜੀ। ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਉਹ ਹੈ। ਉਹਨਾਂ ਨੇ ਬਹੁਤ ਕੁਝ ਕੀਤਾ। 23 ਸਾਲ ਦੀ ਉਮਰ ਦੇ ਸੀ, ਮੇਰੀ ਵੀ 23 ਸਾਲ ਦੀ ਉਮਰ ਹੈ, ਪਰ ਮੈਂ ਇੰਨਾ ਕੁਝ ਨਹੀਂ ਕਰ ਸਕਦਾ ਜੀ ਜੋ ਕੁਝ ਉਹਨਾਂ ਨੇ ਕੀਤਾ ਆਪਣੇ ਲਈ। ਤਾਂ ਕਰਕੇ ਕੋਈ ਲੱਗਦਾ ਤੁਹਾਨੂੰ ਸਾਡੀ ਜਵਾਨੀ ਉਹਨਾਂ ਦੇ ਕੋਈ ਪੂਰਨਿਆਂ ਤੇ ਜਾਂ ਵਿਚਾਰਧਾਰਾ ਤੇ ਚੱਲਦੇ ਆ? ਕਿਉਂਕਿ ਅਸੀਂ ਸਟੋਰੀਆਂ ਵੀ ਪਾ ਦਿੰਦੇ ਆ, ਹਨਾ, ਅਸੀਂ ਫੋਟੋਆਂ ਵੀ ਲਗਾਉਂਦੇ ਆ, ਪਰ ਸਾਨੂੰ ਕਮੀ ਕਿੱਥੇ ਰਹਿੰਦੀ ਹੈ? ਅਸੀਂ ਹਾਂਜੀ, ਕੁਝ ਕੁ ਲੋਕ ਹੈਗੇ ਆ, ਕਿਉਂਕਿ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਹੈ। ਲੋਕਾਂ ਦੀ ਸੋਚ ਹੈ ਵੀ ਕਿਸੇ ਤੋਂ ਦਬ ਕੇ ਨਹੀਂ ਰਹਿਣਾ, ਠੀਕ ਹੈ। ਤੇ ਲੋਕ ਕਰਦੇ ਆ ਫੋਲੋ, ਕੁਝ ਨਹੀਂ ਕਰਦੇ। ਸਭ ਤੇ ਆਪਦੇ ਤੇ ਡਿਪੈਂਡ ਹੈ ਜੀ, ਕਿਸੇ ਦੀ ਸੋਚ ਕੀ ਹੈ, ਕਿਸੇ ਦੀ ਕੀ ਹੈ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਲੋਕਾਂ ਨੂੰ ਜਾਂ ਜਵਾਨੀ ਨੂੰ? ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਉਹਨਾਂ ਨੇ ਆਪਣੇ ਵਾਸਤੇ ਇੰਨਾ ਕੁਝ ਕੀਤਾ, ਉਹਨਾਂ ਨੂੰ ਆਪਦਾ ਰੋਲ ਮਾਡਲ ਸਮਝ ਕੇ ਆਪਾਂ ਵੀ ਅੱਗੇ ਸੇਮ
ਚੱਲੀਏ ਉਹਨਾਂ ਦੇ ਕਹਿਣੇ ਤੇ। ਜੋ ਉਹਨਾਂ ਦੇ ਕਹਿਣੇ ਸੀ ਉਹਨਾਂ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਨਵੀਂ ਸਰਕਾਰ ਤੋਂ ਕੀ ਉਮੀਦ ਹੈ ਤੁਹਾਨੂੰ? ਮੁੱਖ ਮੰਤਰੀ ਭਗਵੰਤ ਮਾਨ ਤੋਂ, ਉਹ ਵੀ ਗੱਲਾਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਦੀ ਕਰਦੇ ਨੇ। ਹਾਂਜੀ, ਗੱਲਾਂ ਤਾਂ ਬਹੁਤ ਕਰਦੇ ਆ ਜੀ। ਜੇ ਕੁਝ ਕਰਨਗੇ ਤਾਂ ਉਮੀਦ ਹੈ ਜੀ, ਲੋਕਾਂ ਨੇ ਹੁਣ ਉਹਨਾਂ ਨੂੰ ਲਿਆਂਦਾ ਹੈ, ਤਾਂ ਜੇ ਕਰਨਗੇ ਤਾਂ ਰਹਿਣਗੇ ਇੱਥੇ, ਉਹਨਾਂ ਦੀ ਸਰਕਾਰ ਹੀ ਰਹੂਗੀ। ਜੇ ਨਾ ਕੁਝ ਕਰਨਗੇ ਤਾਂ ਚੇਂਜ ਹੋ ਜਾਣਗੇ ਜੀ, ਅਗਲੇ ਸਾਲ ਹੋਰ ਆ ਜਾਣਗੇ। ਸਾਰਿਆਂ ਨੇ ਸਵਾਲ ਕੀਤਾ ਸੀ ਰਾਜੇ ਵੜਿੰਗ ਵਾਲਾ, ਤੁਹਾਡਾ ਕੀ ਇਹਦੇ ਤੇ ਰਿਐਕਸ਼ਨ? ਜਨਮ ਦਿਨ ਨਹੀਂ ਸੀ ਪਤਾ ਭਗਤ ਸਿੰਘ ਦਾ? ਉਹ ਤਾਂ ਠੀਕ ਹੈ ਜੀ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦੇ ਪੁੱਤਰ ਹੈ ਜੀ ਭਗਤ ਸਿੰਘ, ਠੀਕ ਹੈ। ਤੇ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਬਾਰੇ ਨਹੀਂ ਪਤਾ ਜੀ। ਉਹ ਆਪਦੇ ਆਪ ਨੂੰ ਮਿਨਿਸਟਰ ਕਹਾਉਂਦੇ ਆ, ਮਿਨਿਸਟਰ ਹੈ ਇੱਕ ਹਿਸਾਬ ਦੇ। ਤੇ ਪਰ ਉਹਨਾਂ ਨੂੰ ਆਪਣੇ ਦੇਸ਼ ਦੇ ਬੰਦਿਆਂ ਦਾ ਹੀ ਨਹੀਂ ਪਤਾ, ਜਿਹੜੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਇੰਨਾ ਜੇ ਕੁਛ ਅਜੇ ਲੀਡਰਾਂ ਦੇ ਹੱਥ ਪੰਜਾਬ ਆ ਗਿਆ ਤਾਂ ਕੀ ਬਣੂਗਾ? ਦੇਖੀ ਜਾਂਦੇ ਆ ਜੀ ਕੀ ਬਣੂਗਾ। ਜੇ ਅੱਗੇ ਚੱਲਦਾ ਰਿਹਾ ਹੋਰ ਔਖਾ ਹੋ ਜਾਊਗਾ ਜੀ, ਹੋਰ ਤਾਂ ਕੀ ਹੈ।